ਪੱਧਰ ਤੁਹਾਡੀ ਲਿਖਤ ਦਾ ਹੋਣਾ ਚਾਹੀਦਾ, ਪੱਧਰ ਬੰਦੇ ਦਾ ਨਾ ਹੋਵੇ ਵੀ ਉਹ ਉੱਚਾ ਹੋ ਕੇ ਖੜ ਜਾਵੇ। ਬੁੱਲਾਂ ਤੇ ਵੱਜੀ ਹੋਈ ਚਪੇੜ ਜਿਹੜੀ ਮੰਮੀ ਦੇ ਹੱਥ ਦੀ, ਉਹ ਹਲੇ ਤੱਕ ਵੀ ਵੱਜਦੀ ਹੈ। ਅਸੀਂ ਵੀ ਜੀਨ ਵੇਅਰ ਕਰਦੇ ਹਾਂ, ਅਸੀਂ ਵੀ ਵਾਲ ਖੁੱਲੇ ਰੱਖਣੇ ਆ ਜਾਂ ਕੀ ਕਰਨਾ, ਜਾਂ ਮੈਂ ਕੱਲ੍ਹ ਨੂੰ ਸ਼ਾਰਟ ਡਰੈਸਸ ਵੀ ਪਾ ਸਕਦੀ ਹਾਂ, ਪਰ ਉਹ ਮੇਰੇ ਲਈ ਹੋਵੇ ਜੇ ਮੈਂ ਕੰਫਰਟੇਬਲ। ਪਰ ਜੇ ਮੈਥੋਂ ਕੋਈ ਮੰਗ ਰੱਖ ਰਿਹਾ ਫਿਰ ਤਾਂ ਅਸੀਂ ਬਾਜ਼ਾਰ ਲਈ ਵਿਕ ਗਏ। ਸਭ ਤੋਂ ਵੱਡੀ ਜਿਹੜੀ ਪਹਿਲ ਮੈਨੂੰ ਲੱਗਦਾ ਕਿ ਜੇ ਸਭ ਤੋਂ ਵੱਡੀ ਚੀਜ਼ ਇਹਦੇ ਲਈ ਕਰਨ ਵਾਲੀ ਬਣਦੀ ਹੈ ਤਾਂ ਉਹ ਵਿੱਦਿਆ ਦਾ ਪੱਧਰ ਹੈ। ਕੁੜੀਆਂ ਪੜ੍ਹਨ ਤੇ ਲੱਗ ਗਈਆਂ ਬਟ ਉਹ ਮੈਟਰੀਮੋਨੀਅਲ ਐਜੂਕੇਸ਼ਨ ਹਜੇ ਵੀ ਲੈ ਰਹੀਆਂ ਨੇ। ਉਹਦੇ ਵਿੱਚ ਘਰ ਦੀ ਪੜ੍ਹਾਈ ਡੋਬ ਦਿੰਦੀ ਹੈ। ਇਹ ਜਿਹੜਾ ਸਕੂਲ ਸਿਸਟਮ, ਕਾਲਜ ਸਿਸਟਮ ਹੁਣ ਚੱਲ ਰਿਹਾ ਨਾ, ਬੜਾ ਖਤਰਨਾਕ ਹੈ। ਅਮੀਰ ਘਰਾਂ ਦੇ ਬੱਚੇ ਕਿਤੇ ਹੋਰ ਪੜ੍ਹ ਰਹੇ ਆ, ਮਿਡਲ ਕਲਾਸ ਦੇ ਹੋਰ, ਗਰੀਬ ਘਰਾਂ ਦੇ ਬੱਚੇ ਉਹ ਫ੍ਰੀ ਕਿਤੇ ਹੋਰ ਪੜ੍ਹ ਰਹੇ ਆ। ਉਹ ਕਹਿੰਦਾ ਕਿ ਮੈਂ ਤਾਂ 50,000 ਰੁਪਇਆ ਮਹੀਨਾ ਲਾ ਕੇ ਪੜ੍ਹਿਆ, ਤੂੰ ਮੇਰੀ ਬਰਾਬਰੀ 'ਚ ਕਿੱਥੋਂ ਆ ਜਾਏਗਾ। ਉਹ ਕਹਿੰਦਾ ਸਾਨੂੰ ਸਰਕਾਰ ਨੇ ਉਹ ਕੀਤਾ ਹੋਇਆ, ਅਸੀਂ ਪੜ੍ਹੀਏ ਨਾ ਪੜ੍ਹੀਏ ਸਾਡੀ ਹਾਜ਼ਰੀ ਪੂਰੀ ਹੋਣੀ ਹੈ, ਸਕਾਲਰਸ਼ਿਪ ਸਾਨੂੰ ਮਿਲਣੀ ਆ, ਕੱਲ੍ਹ ਨੂੰ ਸਾਨੂੰ ਰਿਜ਼ਰਵੇਸ਼ਨ ਹੈ। ਵਿਚਕਾਰਲਾ ਬੰਦਾ ਕਹਿੰਦਾ ਮੈਂ ਨਾਲ ਦਿਹਾੜੀ ਵੀ ਕੀਤੀ, ਮੈਨੂੰ ਸਰਕਾਰ ਨੇ ਵੀ ਨਹੀਂ। ਯਾਨੀ ਅਸੀਂ ਬਰੂਦ ਤਿਆਰ ਕਰੀ ਜਾਂਦੇ ਹਾਂ। ਪਲੱਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਮੈਂ ਗੁਰਦੇਵ ਧਾਲੀਵਾਲ ਲੈ ਕੇ ਹਾਜ਼ਰ ਹੋ ਗਿਆ ਜੀ ਇੱਕ ਹੋਰ ਨਵਾਂ ਐਪੀਸੋਡ। ਅੱਜ ਦਾ ਐਪੀਸੋਡ ਬਹੁਤ ਖਾਸ, ਕਿਉਂਕਿ ਇੱਕ ਖਾਸ ਸ਼ਖਸੀਅਤ ਨੂੰ ਮੈਂ ਤੁਹਾਡੀ ਰੂਬਰੂ ਕਰਨ ਜਾ ਰਿਹਾ। ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਡਾਕਟਰ ਸਿਮਰਨ ਅਕਸ, ਜਿਨ੍ਹਾਂ ਬਾਰੇ ਮੈਂ ਦੱਸ ਦੇਵਾਂ ਕਿ ਡਾਕਟਰ ਸਿਮਰਨ ਅਕਸ ਬਹੁਪੱਖੀ ਸ਼ਖਸੀਅਤ ਦੇ ਮਾਲਕ ਨੇ। ਬਹੁਤ ਸਾਰਾ ਕੰਮ ਉਹ ਨਾਲੋਂ ਨਾਲ ਇਕੱਠੇ ਕਰਦੇ ਰਹਿੰਦੇ ਨੇ। ਕਹਿਣ ਦਾ ਭਾਵ ਕਿ ਲੇਖਕ ਦੇ ਤੌਰ 'ਤੇ ਦੇਖੀਏ ਤਾਂ ਉਹ ਕਵਿਤਾ, ਗੀਤ, ਗਜ਼ਲਾਂ, ਕਹਾਣੀਆਂ ਲਿਖਦੇ ਨੇ। ਇਸ ਦੇ ਨਾਲ ਨਾਲ ਹੀ ਅਦਾਕਾਰੀ ਦੇ ਖੇਤਰ ਵਿੱਚ, ਥੀਏਟਰ ਅਤੇ ਫਿਲਮਾਂ ਵਿੱਚ ਕੰਮ ਕਰਦੇ ਨੇ। ਇਸ ਤੋਂ ਇਲਾਵਾ ਰੇਡੀਓ ਅਨਾਉਂਸਰ, ਪ੍ਰੈਜ਼ੈਂਟਰ ਦੇ ਤੌਰ 'ਤੇ ਅਤੇ ਬਹੁਤ ਸਾਰੇ ਬਿਊਟੀ ਕੰਪੀਟੀਸ਼ਨਾਂ ਦੇ ਵਿੱਚ ਉਹ ਹਿੱਸਾ ਲੈਂਦੇ ਨੇ ਅਤੇ ਵਿਜੇਤਾ ਵੀ ਬਣ ਚੁੱਕੇ ਨੇ। ਸੋ ਅੱਜ ਉਹਨਾਂ ਨਾਲ ਬਹੁਤ ਸਾਰੀਆਂ ਖੁੱਲ੍ਹੀਆਂ ਗੱਲਾਂ ਬਾਤਾਂ ਹੋਣਗੀਆਂ, ਜਾਣਾਂਗੇ ਉਹਨਾਂ ਦੀ ਜ਼ਿੰਦਗੀ ਬਾਰੇ, ਸਾਹਿਤਕ ਸਫ਼ਰ ਬਾਰੇ। ਸੋ ਪਹਿਲਾਂ ਉਹਨਾਂ ਦਾ ਕਰ ਲਈਏ ਸਵਾਗਤ, ਫਿਰ ਕਰਦੇ ਹਾਂ ਗੱਲਬਾਤ। ਸਤਿ ਸ਼੍ਰੀ ਅਕਾਲ ਸਿਮਰਨ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਠੀਕ ਠਾਕ? ਬਿਲਕੁਲ ਬਿਲਕੁਲ ਵਧੀਆ ਜੀ। ਜ਼ਿੰਦਗੀ ਜ਼ਿੰਦਾਬਾਦ ਹਮੇਸ਼ਾ। ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ ਆ ਵੀ ਇੰਨੀ એનર્ਜੀ ਸਿਮਰਨ ਕੋਲ ਕਿੱਥੋਂ ਆਉਂਦੀ ਆ? ਕਿਉਂਕਿ ਅਕਸਰ ਹੀ ਅਸੀਂ ਫੇਸਬੁੱਕ ਤੇ ਜਾਂ ਹੋਰ ਸਾਈਟਾਂ ਤੇ ਦੇਖਦੇ ਹਾਂ ਵੀ ਅੱਜ ਤੁਸੀਂ ਮਲੋਟ ਜੇ, ਸ਼ਾਮ ਨੂੰ ਅਗਲੇ ਦਿਨ ਤੁਸੀਂ ਅੰਮ੍ਰਿਤਸਰ ਹੁੰਦੇ ਜੇ, ਹੈ ਨਾ, ਤੀਜੇ ਦਿਨ ਪਟਿਆਲੇ, ਹੋਰ ਮਤਲਬ ਸ਼ਹਿਰਿਆਂ 'ਚ, ਆਪਣੇ ਕੰਮ 'ਚ, ਕਈ ਕੁਛ ਸਾਰੇ ਪਾਸੇ। ਇਹ ਸਿਮਰਨ ਇੰਨੀ એનર્ਜੀ ਕਿੱਥੋਂ ਲੈ ਕੇ ਆਉਂਦੀ ਆ? ਅਸਲ ਦੇ ਵਿੱਚ ਤਾਂ ਅਸੀਂ ਹੀ ਸਾਰੇ ਪੂਰੇ ਦੇ ਪੂਰੇ એનર્ਜੀ ਹੀ ਆ, ਹੈ ਨਾ। ਇਹ ਜਿਹੜਾ ਸਾਡਾ ਸਥੂਲ ਰੂਪ ਹੈ ਅਸਲ 'ਚ ਹੈ ਹੀ ਕੁਛ ਨਹੀਂ, ਅਸੀਂ એનર્ਜੀ ਆ। ਤੇ એનર્ਜੀ ਹਮੇਸ਼ਾ ਇੱਕ ਦੂਜੇ ਤੋਂ ਪਾਸ ਹੁੰਦੀ ਹੈ। ਜਿਹੜੀ ਅਸਲੀ ਗੱਲ ਹੈ, ਅਸੀਂ ਅੰਦਰੋਂ ਕ੍ਰੀਏਟ ਕਰ ਸਕਦੇ ਹਾਂ ਪਰ ਬਹੁਤ ਥੋੜੀ ਹੱਦ ਤੱਕ ਉਹ ਪਾਸ ਹੁੰਦੀ ਹੈ। ਸੋ ਨਾਲ ਵਾਲਾ ਜਦੋਂ ਸੰਗਤ ਦਾ ਅਸਰ ਹੁੰਦਾ ਉਹ એનર્ਜੀ, ਤੇ ਜਦੋਂ ਤੁਹਾਨੂੰ ਸੱਦਾ ਮਿਲਦਾ ਜਿਸ ਤਰੀਕੇ ਦੇ ਨਾਲ, ਹੈ ਨਾ, ਮੈਨੂੰ ਐਗਜ਼ੈਕਟ ਯਾਦ ਨਹੀਂ ਪਰ ਸੁਰਜੀਤ ਪਾਤਰ ਜੀ ਨੇ ਮਲੋਟ ਦੇ ਵਿੱਚ ਇੱਕ ਸ਼ੇਰ ਆਖਿਆ ਸੀ ਕਿ ਸੱਦਾ ਜਿਹੋ ਜਿਹਾ ਮਿਲਦਾ ਸੀ ਉਵੇਂ ਪਹੁੰਚਦੇ ਹਾਂ, ਜੇ ਸੱਦਾ ਹੌਲਾ ਹੋਵੇ ਤਾਂ ਸਾਨੂੰ ਉਹ ਰਾਹ ਨਹੀਂ ਲੱਭਦੇ, ਪਰ ਜਦੋਂ ਸੱਦਾ ਤਗੜਾ ਹੁੰਦਾ ਤੇ ਅਸੀਂ ਉੱਡ ਕੇ ਘਰਾਂ ਤੱਕ ਪਹੁੰਚ ਜਾਂਦੇ ਹਾਂ। ਤਾਂ ਇਹ એનર્ਜੀ ਮੈਨੂੰ ਲੱਗਦਾ ਉਹ ਦਿਲਾਂ ਤੋਂ ਦਿਲਾਂ ਦੇ ਰਾਹ ਵਾਲੀ ਹੁੰਦੀ ਹੈ ਜੀ, ਬਸ ਉਹੀ ਜਿਹੜੀ ਆ ਤੁਹਾਨੂੰ ਤੋਰੀ ਫਿਰਦੀ ਹੈ। ਜੀ ਜੀ, ਜਿਸ ਤਰ੍ਹਾਂ ਮੈਂ ਇੰਟਰੋਡਕਸ਼ਨ ਦੇ ਵਿੱਚ ਕਿਹਾ ਵੀ ਤੁਸੀਂ ਬਹੁਤ ਸਾਰਾ ਕੰਮ ਨਾਲੋਂ ਨਾਲ ਕਰਦੇ ਜੀ, ਹੈ ਨਾ। ਇੱਕ ਗੱਲ ਅਜੇ ਰਹਿ ਗਈ, ਉਹ ਜਿੱਥੋਂ ਮੈਂ ਪਰਸਨਲ ਤੌਰ ਤੇ ਬੜਾ ਮੁਤਾਸਰ ਹਾਂ, ਤੁਹਾਡੇ ਤੋਂ ਪ੍ਰਭਾਵਿਤ ਹਾਂ, ਤੁਹਾਡਾ ਫੈਨ ਆ, ਉਹ ਇਸ ਗੱਲ ਤੋਂ ਵੀ ਬੋਲਣ ਦੀ ਕਲਾ ਤੋਂ, ਹੈ ਨਾ। ਕਿਉਂਕਿ ਕਈ ਲੋਕ ਆਪਾਂ ਐਂ ਸਮਝਦੇ ਵੀ ਬੋਲਣਾ ਤੇ ਐਵੇਂ ਹੀ ਆ, ਪਰ ਮੈਨੂੰ ਲੱਗਦਾ ਵੀ ਆਰਟ ਆ ਜੀ। ਕਿਉਂਕਿ ਘਰ 'ਚ ਅਸੀਂ ਬੋਲਣਾ ਹੋਵੇ ਹੋਰ ਗੱਲ ਆ, ਯਾਰਾਂ ਮਿੱਤਰਾਂ ਨਾਲ, ਦੋਸਤਾਂ ਨਾਲ ਗੱਪਾਂ ਮਾਰਨੀਆਂ ਨੇ ਹੋਰ ਗੱਲ, ਪਰ ਜਦੋਂ ਅਸੀਂ ਕੈਮਰੇ ਤੇ ਕੰਮ ਕਰਦੇ ਹਾਂ, ਟੀਵੀ ਤੇ, ਰੇਡੀਓ ਤੇ, ਜਾਂ ਜਿੱਦਾਂ ਵੀ ਹੈ, ਮਤਲਬ ਹੈ ਨਾ, ਕਿਤੇ ਖਾਸ ਜਗ੍ਹਾ ਤੇ ਗੱਲਬਾਤ ਕਰਦੇ ਹਾਂ, ਤਾਂ ਉਦੋਂ ਇੱਕ ਸਲੀਕਾ ਤਰੀਕਾ, ਨਾਪ ਤੋਲ ਕੇ ਬੋਲਣਾ, ਹੈ ਨਾ, ਸਾਰਾ ਕੁਛ। ਮੈਨੂੰ ਤਾਂ ਕਈ ਵਾਰੀ ਇਹ ਲੱਗਦਾ ਹੁੰਦਾ ਵੀ ਸ਼ਬਦ ਹੁੰਦੇ ਨੇ ਸਾਡੇ ਕੋਲ, ਪਰ ਇਦਾਂ ਵੀ ਮੌਕੇ ਤੇ ਢੁਕਵੇਂ ਸ਼ਬਦ ਫੜਨੇ ਬੜੇ ਔਖੇ ਨੇ ਜੀ। ਜੇ ਤੁਸੀਂ ਸ਼ਬਦਾਂ ਨੂੰ ਫੜ ਲਓ ਫਿਰ ਉਹਨਾਂ ਨੂੰ ਜੜਨੇ ਬੜੇ ਔਖੇ ਨੇ ਵੀ ਸਹੀ ਤਰੀਕੇ ਨਾਲ ਜੜੇ ਜਾਣ। ਸੋ ਸਿਮਰਨ ਸ਼ਬਦ ਫੜ ਵੀ ਲੈਂਦੀ ਹੈ ਤੇ ਜੜ ਵੀ ਲੈਂਦੀ ਹੈ। ਕਿਵੇਂ ਇਹਦਾ ਅਭਿਆਸ ਆ? ਕੁਝ ਸੁਣਦੇ ਰਹਿੰਦੇ ਜੀ ਨਿਰੰਤਰ, ਜਾਂ ਬੋਲਣ ਦੀ ਪ੍ਰੈਕਟਿਸ ਕਰਦੇ ਰਹਿੰਦੇ ਜੀ, ਕਿਵੇਂ, ਜਾਂ ਸੁਭਾਵ ਕੀ ਆ? ਪ੍ਰੈਕਟਿਸ ਵਾਲਾ ਤੇ ਨਹੀਂ ਹੋ ਸਕਦਾ, ਜੇ ਆਪਾਂ ਚਾਹ ਕੇ ਵੀ ਕਰੀਏ ਨਾ ਪ੍ਰੈਕਟਿਸ ਦੇ ਨਾਲ ਨਹੀਂ ਆ ਸਕਦਾ। ਸਭ ਤੋਂ ਪਹਿਲਾਂ ਤਾਂ ਇਹ ਗੋਡ ਗਿਫਟਡ ਹੀ ਹੁੰਦਾ, ਇਹ 'ਚ ਕੋਈ ਸ਼ੱਕ ਨਹੀਂ ਕਿ ਕੁਦਰਤੀ ਤੌਰ ਤੇ ਮੇਰੇ 'ਚ ਇਹ ਥੋੜਾ ਬਹੁਤਾ ਹੁਨਰ ਸੀ। ਤਾਂ ਫਿਰ ਮੈਂ ਜਰਨਲਿਜ਼ਮ 'ਚ ਆ ਗਈ, ਫਿਰ ਮੈਂ ਰੇਡੀਓ 'ਚ ਆ ਗਈ, ਮੈਂ ਥੀਏਟਰ ਕੀਤਾ, ਜਾਂ ਫਿਰ ਮੈਂ ਉਹ ਚੀਜ਼ਾਂ ਕੀਤੀਆਂ ਤਾਂ ਇਹ ਹੁਨਰ ਹੋਰ ਲਿਸ਼ਕ ਗਿਆ। ਇਹ ਦੋਨੋਂ ਇੱਕ ਦੂਸਰੇ ਦੇ ਨਾਲ ਚੱਲਦੇ ਆ। ਪਰ ਇੱਕ ਗੱਲ ਮੈਂ ਜ਼ਰੂਰ ਇਸ ਚੀਜ਼ 'ਚ ਜ਼ਿਕਰ ਕਰਦੀ ਹਾਂ ਕਿ ਛੋਟੇ ਹੁੰਦਿਆਂ ਤੋਂ ਹੀ ਮੇਰੇ ਮੰਮੀ ਜਿਹੜੇ ਸੀ, ਮੇਰੇ ਮਾਤਾ, ਉਹ ਸ਼ਬਦਾਂ ਪ੍ਰਤੀ ਤੇ ਲਹਿਜੇ ਪ੍ਰਤੀ ਬੜੇ ਸੁਚੇਤ ਸੀ।
ਮੈਨੂੰ ਯਾਦ ਹੈ ਕਿ ਜਦੋਂ ਮੈਂ ਯੂਨੀਵਰਸਿਟੀ ਆਈ ਤੇ ਆਪਣੀ ਇੱਕ ਉਮਰ ਉਹ ਜੀ ਹੁੰਦੀ ਹੈ, ਇੰਨੇ ਉਦੋਂ ਸਾਹਿਤਕ ਨਹੀਂ ਤਾਂ ਮੂੰਹ ਤੇ ਲਫ਼ਜ਼ ਚੜ ਗਿਆ ਯਾਰ ਇਦਾਂ, ਹਨਾ, ਤੇ ਉਹ ਘਰੇ ਨਹੀਂ ਸੀ ਪ੍ਰਵਾਨ। ਮੈਂ ਇੱਕ ਦਿਨ ਦੁਕਾਨ ਤੇ ਗਈ ਤੇ ਮੇਰੇ ਮੂੰਹ ਚੋਂ ਯਾਰ ਸ਼ਬਦ ਨਿਕਲ ਗਿਆ ਤੇ ਮੰਮੀ ਨੇ ਸਾਰੀ ਸ਼ਾਪਿੰਗ ਦਿਖਾਤੀ, ਕਹਿੰਦੇ ਘਰੇ ਚਲੋ। ਮੈਂ ਸਮਝ ਗਈ ਵੀ ਗੜਬੜ ਹੋ ਗਈ ਕੁਛ। ਮੈਂ ਉਹਨਾਂ ਨੂੰ ਆਖਿਆ ਸੀ ਯਾਰ ਕੋਈ ਚੰਗੀ ਜੀ ਚੀਜ਼ ਦਿਖਾਓ ਏਦਾਂ। ਮੰਮੀ ਕਹਿੰਦੇ ਘਰੇ ਚਲੋ, ਤੇ ਘਰੇ ਆ ਕੇ ਵੀ ਚੰਗੀ ਇੱਕ ਕਲਾਸ ਲੱਗੀ ਵੀ ਬਿਲਕੁਲ। ਔਰ ਮੈਨੂੰ ਯਾਦ ਹੈ ਕਿ ਛੋਟੀ ਹੁੰਦੀ ਦੇ ਮੇਰੇ ਬੁੱਲਾਂ ਤੇ ਮੰਮੀ ਪੁੱਠੇ ਹੱਥ ਦੀ ਚਪੇੜ ਮਾਰਦੇ ਹੁੰਦੇ ਸੀ ਜਦੋਂ ਕੁਝ ਗਲਤ ਬੋਲ ਦੇਣਾ। ਮੈਨੂੰ ਇੱਕ ਵਾਰ ਬੜਾ ਸੋਹਣਾ ਲੱਗਦਾ ਸੀ, ਦੁਰ ਫਿਟੇ ਮੂੰਹ, ਯਾਦ ਹੋ ਗਿਆ ਤਾਂ ਫਿਰ ਕਿਸੇ ਗੱਲ ਤੇ ਆਖ ਦੇਣਾ ਤੇ ਉਹ ਚਪੇੜ ਵੱਜਣੀ। ਪਰ ਉਹ ਬੁੱਲਾਂ ਤੇ ਵੱਜੀ ਹੋਈ ਚਪੇੜ ਜਿਹੜੀ ਮੰਮੀ ਦੇ ਹੱਥ ਦੀ, ਉਹ ਹਲੇ ਤੱਕ ਵੀ ਵੱਜਦੀ ਹੈ। ਸ਼ਬਦਾਂ ਦੇ ਪ੍ਰਤੀ ਇੱਕ ਹੋਰ ਚੀਜ਼ ਕਿ ਇੱਕ ਵਾਰ ਕਿਸੇ ਪ੍ਰੋਫੈਸਰ ਨੇ ਬੜੀ ਮੇਰੇ ਨਾਲ ਬੇਤੁਕੀ ਜੀ ਗੱਲ ਕੀਤੀ ਤੇ ਮੈਨੂੰ ਉਹਨਾਂ ਤੇ ਬੜਾ ਗੁੱਸਾ ਆਇਆ ਤੇ ਮੈਂ ਉਹ ਮੰਮੀ ਦੇ ਕੋਲੇ ਉਹਨਾਂ ਲਈ ਕੁਝ ਸ਼ਬਦ ਵਰਤ ਬੈਠੀ। ਤਾਂ ਮੇਰੇ ਮੰਮੀ ਨੇ, ਹਾਲਾਂਕਿ ਮੈਂ ਵਿਆਹੀ ਹੋਈ ਸੀ, ਮੰਮੀ ਨੇ ਮੈਨੂੰ ਉਸ ਗੱਲ ਲਈ ਝਿੜਕਿਆ, ਕਹਿੰਦੇ ਕਿ ਦੇਖੋ ਉਹ ਗਲਤ ਹੈ ਬੰਦਾ, ਠੀਕ ਹੈ, ਪਰ ਉਹਦੇ ਪ੍ਰਤੀ ਇਦਾਂ ਦੇ ਸ਼ਬਦ ਮੇਰੇ ਕੋਲੇ ਬੈਠ ਕੇ ਵਰਤਣੇ ਤਾਂ ਇਹਦੇ ਤੇਰੇ ਮਨ 'ਚ ਉਹ ਸ਼ਬਦ ਬੈਠ ਜਾਣਗੇ ਵੀ ਤੂੰ ਆਪਣੇ ਮਨ 'ਚ ਉਹਨੂੰ ਕੋਸ ਰਹੀ ਹੈ, ਠੀਕ ਹੈ, ਕੁਦਰਤ ਦੇਖ ਰਹੀ ਹੈ, ਠੀਕ ਹੈ, ਪਰ ਤੂੰ ਇਦਾਂ ਦੇ ਸ਼ਬਦ ਵਰਤਣਾ ਤੇਰੇ ਲਈ ਗਲਤ ਹੈ। ਇਹ ਸ਼ਬਦ ਕੱਲ ਨੂੰ ਬੱਚਾ ਸਿੱਖੂਗਾ, ਹੈਨਾ, ਵੀ ਉਹਨੂੰ ਇਹ ਨਹੀਂ ਪਤਾ ਵੀ ਇਹ ਕਿੱਦਾਂ ਗਲਤ ਸੀ, ਸਹੀ, ਉਹਨੂੰ ਲੱਗੂ ਵੀ ਮੇਰੇ ਗੁਰੂ ਬਾਰੇ ਮੰਮਾ ਆਹ ਗੱਲ ਕਹਿ ਰਹੇ ਆ। ਤਾਂ ਮੈਨੂੰ ਲੱਗਦਾ ਕਿ ਘਰੋਂ ਇੱਕ ਨੀਂਹ ਰਹਿੰਦੀ ਹੈ ਕਿਉਂਕਿ ਪਰਿਵਾਰ ਸਾਰਾ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਸੀ। ਮੈਂ ਪਾਪਾ ਜੀ ਨੂੰ ਹਮੇਸ਼ਾ ਇਦਾਂ ਦੀ ਸ਼ਬਦਾਵਲੀ ਵਰਤਦਿਆਂ ਸੁਣਿਆ ਹੈ, ਤਾਂ ਉਹਦਾ ਅਸਰ ਤਾਂ ਰਹਿੰਦਾ ਹੈ। ਔਰ ਉਸ ਤੋਂ ਬਾਅਦ ਮੈਂ ਥੀਏਟਰ ਦੀ ਦੇਣ ਕਦੇ ਵੀ ਨਹੀਂ ਦੇ ਸਕਦੀ। ਕੀਰਤੀ ਕਿਰਪਾਲ ਸਰ, ਗੁਰਚਰਨ ਭਾਜੀ ਹੋ ਗਏ, ਜਸਨੀਤਾ ਤੀਰ ਮੈਮ, ਕੇਵਲ ਧਾਲੀਵਾਲ ਸਰ, ਦੋਸਤ ਮਿੱਤਰ ਵੀ ਉਦਾਂ ਦੇ ਸਾਰੇ, ਜੀਵਾ ਹੋਇਆ, ਬੁਲਬੁਲੇ ਸਾਰਿਆਂ ਨੂੰ। ਤਾਂ ਥੀਏਟਰ ਤੁਹਾਨੂੰ ਨਾ ਇੱਕ ਸ਼ਬਦ ਜਿਹੜਾ ਹੈ ਉਹ ਬੋਲਣਾ ਨਹੀਂ ਦੱਸਦਾ, ਉਸ ਸ਼ਬਦ ਦੀ ਤਸਵੀਰ ਬਣਾਉਣੀ ਦੱਸਦਾ। ਵਾਹ ਜੀ ਵਾਹ। ਵੀ ਜੇ ਤੁਸੀਂ ਆਖਣਾ ਵੀ ਉਹ ਹੌਲੀ ਹੌਲੀ ਬੋਲ ਰਿਹਾ ਸੀ ਤਾਂ ਤੁਸੀਂ ਇਹ ਨਹੀਂ ਆਖੋਗੇ ਵੀ ਹੌਲੀ ਹੌਲੀ ਬੋਲ ਰਿਹਾ ਸੀ, ਤੁਸੀਂ ਆਖੋਗੇ ਉਹ ਬੜਾ ਹੌਲੀ ਹੌਲੀ ਬੋਲ ਰਿਹਾ ਸੀ, ਬਿਲਕੁਲ, ਹੈਨਾ। ਤਾਂ ਉਹ ਤੁਹਾਨੂੰ ਇੱਕ ਬਿੰਬ ਸਿਰਜਣਾ ਜਿਹੜਾ ਉਹ ਦੱਸਦਾ। ਸੋ ਥੀਏਟਰ ਦਾ ਮੈਂ ਸਭ ਤੋਂ ਵੱਡਾ ਰੋਲ ਮੰਨਦੀ ਹਾਂ ਵੀ ਉਹਨੇ ਮੈਨੂੰ ਇੱਕ ਪੋਲਿਸ਼ ਕੀਤਾ ਕਿ ਮੈਂ ਸ਼ਬਦ ਨੂੰ, ਉਹਦੇ ਪਿੱਛੇ ਖੜੇ ਇਤਿਹਾਸ ਨੂੰ ਸਮਝਾਂ, ਫਿਰ ਉਹ ਮੇਰੇ ਅੰਦਰੋਂ ਉਵੇਂ ਹੀ ਸ਼ਬਦ ਨਿਕਲੇ ਤਾਂ ਉਹ ਅਹਿਸਾਸ ਅੱਗੇ ਵੀ ਵੰਡਿਆ ਜਾਵੇ। ਇੰਨੀ ਕੁ ਖੇਡ ਹੈ। ਜੀ ਦਰਸ਼ਕੋ, ਇੰਨੀ ਕੁ ਗੱਲਬਾਤ ਚੋਂ ਵੀ ਇੱਕ ਗੱਲ ਦਾ ਸਿੱਟਾ ਨਿਕਲਿਆ ਕਿ ਜੋ ਬੰਦਾ ਸਿੱਖਦਾ ਹੈ, ਹਨਾ, ਸਭ ਤੋਂ ਘਰ ਦੇ ਮਾਹੌਲ ਚੋਂ ਹੀ ਸਿੱਖਦਾ। ਔਰ ਮਾਂ ਪਿਓ ਦੀ ਇੱਕ ਖਾਸ ਜ਼ਿੰਮੇਵਾਰੀ ਆ ਜਿੱਥੇ ਦੁਨਿਆਵੀ ਉਹਨਾਂ ਨੂੰ ਸੁੱਖ ਸਹੂਲਤਾਂ ਉਪਲਬਧ ਕਰਾਉਣ, ਪਰ ਉੱਥੇ ਨਾਲ ਨਾਲ ਬੋਲਣ ਦੀ ਜਾਂਚ, ਸਮਾਜ 'ਚ ਕਿਵੇਂ ਰਹਿਣਾ ਆ, ਹਨਾ, ਵਿਚਰਨ ਦੀ ਜਾਂਚ, ਉਹ ਜ਼ਰੂਰ ਮਤਲਬ ਉਦਾਂ ਦੀ ਸਿੱਖਿਆ ਧਿਆਨ ਦੇਣ ਉਸ ਚੀਜ਼ ਤੇ ਤਵੱਕੋ। ਜੀ। ਸੋ ਆਪਾਂ, ਮੈਨੂੰ ਲੱਗਦਾ 3 ਸਾਲ ਹੋ ਗਏ ਆਪਾਂ ਨੂੰ ਮਿਲੇ ਨੂੰ। ਪਹਿਲਾਂ ਆਪਾਂ ਇੱਥੇ ਹੀ ਗੱਲਬਾਤ ਕਰੀ ਸੀ, ਹਨਾ ਜੀ। ਉਹ ਪਹਿਲੀ ਮੁਲਾਕਾਤ ਸੀ ਮੇਰੀ ਜ਼ਿੰਦਗੀ ਦੀ, ਮਤਲਬ ਮੈਂ ਉਸ ਤੋਂ ਪਹਿਲਾਂ ਟੀਵੀ ਚੈਨਲ ਲਈ ਕੋਈ ਨਹੀਂ ਸੀ ਦਿੱਤੀ। ਤੁਹਾਡੇ ਵਾਲੀ ਮੁਲਾਕਾਤ ਪਹਿਲੀ ਸੀ, ਪਰ ਮੈਨੂੰ ਲੱਗਦਾ ਰਿਲੀਜ਼ ਜਿਹੜੀ ਦੂਸਰੀ ਹੋਈ ਸੀ, ਹਨਾ। ਪਰ ਫਖਰ ਨਾਲ ਹੁਣ ਕਿਆ ਕਰਾਂਗੇ ਕਿ ਅਸੀਂ, ਮੈਂ ਖੁਦ ਇਹ ਗੱਲ ਆਖਦੀ ਹਾਂ ਕਿ ਤੁਸੀਂ ਉਹ ਸ਼ੁਰੂਆਤ ਕਰਵਾਉਣ ਵਾਲੇ ਸੀ, ਹਨਾ, ਤੇ ਬੜੀ ਸੋਹਣੀ ਉਹ ਸ਼ੁਰੂਆਤ ਸੀ। ਜੀ। ਅੱਛਾ, ਇਹ 3 ਸਾਲ ਹੋ ਗਏ ਹੋਣਗੇ ਜਾਂ ਵੱਧ ਸਮਾਂ ਵੀ ਹੋ ਗਿਆ ਹੋਊਗਾ, ਹਨਾ। ਇਹਨਾਂ 3 ਸਾਲਾਂ ਦੇ ਵਿੱਚ ਅਸੀਂ ਅਕਸਰ ਦੇਖਦੇ ਹਾਂ, ਹਨਾ, ਵੀ ਤੁਸੀਂ ਲਗਾਤਾਰ ਆਪਣਾ ਕੰਮ ਕਰ ਰਹੇ ਹੋ, ਜੋ ਵੀ ਕਵਿਤਾ ਲਿਖ ਰਹੇ ਹੋ, ਕਹਾਣੀਆਂ ਲਿਖ ਰਹੇ ਹੋ, ਹੋਰ ਆਪਣਾ, ਹਨਾ, ਤੁਹਾਡਾ ਆਪਣਾ ਦਾਇਰਾ, ਜੋ ਵੀ ਆਪਣਾ ਦਾਇਰਾ ਵਧਾ ਰਹੇ ਹੋ, ਹਨਾ। ਕਿਵੇਂ ਗਰੋਥ ਦੇਖਦੇ ਹੋ ਇਹਨਾਂ 3 ਸਾਲਾਂ ਦੀ, ਜਾਂ ਕੀ ਪ੍ਰਾਪਤੀਆਂ ਲੱਗਦੀਆਂ, ਵੀ ਮਤਲਬ ਮੁਕਾਮ ਤਾਂ ਨਹੀਂ ਕਹਿ ਸਕਦੇ, ਪਰ ਵੀ ਕਿੱਥੋਂ ਤੱਕ ਤੁਸੀਂ ਆਪਣਾ ਦਾਇਰਾ ਵਧਾਇਆ ਜਾਂ ਕੀ ਪ੍ਰਾਪਤ ਕੀਤਾ ਇਹਨਾਂ ਸਮੇਂ? ਸਭ ਤੋਂ ਵੱਡੀ ਚੀਜ਼ ਤਾਂ ਜਿਹੜੀ ਇਸ ਸਮੇਂ ਦੌਰਾਨ ਜਿਹੜੀ ਸਭ ਤੋਂ ਚੰਗੀ ਹੋਈ ਹੈ ਕਿ ਉਦੋਂ ਮੇਰੀ PhD ਚੱਲ ਰਹੀ ਸੀ ਤੇ ਹੁਣ ਮੈਂ ਡਾਕਟਰ ਸਾਹਿਬ ਮੈਂ ਇੰਟਰੋਡਿਊਸ ਇਦਾਂ ਹੀ ਕਰਤਾ, ਹੁਣ ਦੁਬਾਰਾ ਕਰੂੰਗਾ ਡਾਕਟਰ ਸਿਮਰਨਕਸ ਕਰਕੇ। ਇਹ ਸਭ ਤੋਂ ਸੋਹਣੀ ਗੱਲ ਹੋਈ ਕਿ ਗੁਰਦੇਵ ਜੀ ਇੱਕ ਨਾ ਦਿਮਾਗ ਦਾ ਇੱਕ ਪੂਰਾ ਦਾ ਪੂਰਾ ਖਾਨਾ ਮੱਲਿਆ ਹੁੰਦਾ ਤੁਹਾਡੇ ਪਏ ਹੋਏ ਕੰਮ ਨੇ, ਹਨਾ, ਵੀ ਉਹ ਜਦੋਂ ਤੁਹਾਡੇ ਤੁਸੀਂ ਕਿਤੇ ਵੀ ਤੁਰਦੇ ਹੋ ਤੁਹਾਡੇ ਪੈਰਾਂ ਨੂੰ ਚਿੰਬੜ ਜਾਂਦੀ ਹੈ ਕਿ ਮੈਨੂੰ ਗੋਦੀ ਚੱਕ, ਪਹਿਲਾਂ ਮੈਨੂੰ ਲੈ ਕੇ ਜਾ। ਤੁਸੀਂ ਹੋਰ ਕੋਈ ਕਿਤਾਬ ਨਹੀਂ ਸੀ ਪੜ੍ਹ ਸਕਦੇ, ਤੁਸੀਂ ਕਿਤੇ ਹੋਰ ਜਾਣਾ ਨਹੀਂ ਸੋਚ ਸਕਦੇ ਸੀ ਕਿ PhD ਬਾਕੀ ਹੈ। ਤਾਂ 6.5 ਸਾਲ ਦਾ ਲੰਮਾ ਸਫ਼ਰ ਕਰਕੇ ਤਾਂ ਮੈਂ PhD ਮੇਰੀ ਮੁਕੰਮਲ ਹੋ ਗਈ, ਇਹ ਸਭ ਤੋਂ ਵੱਡੀ ਰਹੀ। ਤੇ ਇਹ ਸਫ਼ਰ ਸੁਖਾਵਾਂ ਹੀ ਰਿਹਾ, ਜਿਸ ਤਰ੍ਹਾਂ ਇੱਕ ਧਾਰਨਾ ਵੀ ਨਹੀਂ, ਜਿਹੜੇ ਮਤਲਬ ਜਿਹੜੇ ਪ੍ਰੋਫੈਸਰ ਨੇ, ਕਹ ਜੋ ਵੀ ਮਤਲਬ ਹੁੰਦੇ ਨੇ ਗਾਈਡ, ਵੀ ਬੜਾ ਹੀ ਧੱਕਾ ਕਰਦੇ ਨੇ, ਬੜਾ ਹੀ ਲਟਕਾਉਂਦੇ ਨੇ। ਮੈਂ ਜ਼ਰੂਰ ਇਹਦਾ ਜ਼ਿਕਰ ਕਰੂੰਗੀ ਗੁਰਦੇਵ ਜੀ। ਪਿਛਲੇ ਸਮੇਂ ਦੌਰਾਨ ਨਾ ਇੱਕ ਕਿਤਾਬ ਆਈ ਸੀ ਖਿੱਦੋ, ਹੈਨਾ, ਤਾਂ ਉਹਦੇ ਬਾਰੇ ਕਾਫੀ ਪ੍ਰਚਾਰ ਕੀਤਾ ਗਿਆ ਵੀ ਇਹਦੇ 'ਚ ਅਸੀਂ ਜੀ ਪਰਦਾਫਾਸ਼ ਕੀਤਾ, ਯੂਨੀਵਰਸਿਟੀਆਂ 'ਚ ਕਿਵੇਂ ਡਿਗਰੀਆਂ ਮਿਲਦੀਆਂ ਨੇ। ਤਾਂ ਮੈਂ ਉਹ ਨਾਮ ਲੈਣੇ, ਜ਼ਿਕਰ ਕਰਨੇ ਵੀ ਮੈਨੂੰ ਚੰਗੇ ਨਹੀਂ ਲੱਗਦੇ ਕਿ ਕਿਸ ਤਰ੍ਹਾਂ ਦੀਆਂ ਗੱਲਾਂ, ਪਰ ਮੈਂ ਉੱਥੋਂ ਹੀ ਗੱਲ ਆਖੀ ਸੀ ਕਿ ਸਾਰਿਆਂ ਨੂੰ ਇੱਕੋ ਰੱਸੀ 'ਚ ਬੰਨ੍ਹ ਦੇਣਾ ਸਹੀ ਨਹੀਂ ਹੁੰਦਾ। ਮੈਂ ਅਗਰ ਆਖਾਂ ਕਿ ਜਿੱਦਾਂ ਦੇ ਮੈਨੂੰ ਗਾਈਡ ਮਿਲ ਗਏ, ਮੈਂ ਅਸੀਂ ਦੋਨੋਂ ਜੀ ਬੈਠ ਕੇ ਸੋਚਦੇ ਹਾਂ ਕਿ ਪਰਮਾਤਮਾ ਨੇ ਕੋਈ ਚੰਗੀ ਕਿਸਮਤ ਨਾਲ ਕੱਢ ਕੇ ਜਿਹੜੇ ਲੇਖ ਲਿਖਤੇ ਕਿ ਗਾਈਡ ਮੇਰੇ ਇੰਨੇ ਚੰਗੇ ਸੀ। ਮੈਂ ਉਹਨਾਂ ਨਾਲ ਸਿਰਫ PhD ਦੀ ਗੱਲ ਨਹੀਂ ਕੀਤੀ, ਮੈਂ ਉਹਨਾਂ ਤੋਂ ਪਰਿਵਾਰਕ ਸੇਧ ਵੀ ਲਈ ਹੈ।
ਮੈਂ ਇਹਦੀ ਇੱਕ ਛੋਟੀ ਜਿਹੀ ਉਦਾਹਰਨ ਦਿੰਦੀ ਹਾਂ ਕਿ ਜਿਸ ਦਿਨ ਮੇਰੀ PhD ਦੀ ਰਜਿਸਟ੍ਰੇਸ਼ਨ ਕਰਵਾਉਣੀ ਸੀ ਜੀ। ਤਾਂ ਮੇਰੀ ਮੰਗਣੀ ਹੋਣ ਵਾਲੀ ਸੀ, ਤਾਂ ਮੇਰੇ ਸਰ ਨੇ ਕਿਹਾ ਕਿ ਪਹਿਲਾਂ ਤੇਰੇ ਫਿਆਂਸੇ ਨੂੰ ਬੁਲਾ ਸਿਮਰਨ। ਮੈਂ ਉਹਨਾਂ ਨੂੰ ਬੁਲਾਇਆ ਜੀ। ਤਾਂ ਮੇਰੇ ਸਰ ਨੇ ਬਿਠਾ ਕੇ ਉਹਨਾਂ ਨੂੰ ਪੁੱਛਿਆ ਵੀ ਦੇਖ ਜੇ ਤਾਂ ਕਾਕਾ ਤੂੰ ਕੱਲ ਨੂੰ ਇਹਦੀ PhD ਪੂਰੀ ਕਰਵਾਏਂਗਾ ਜੀ ਤਾਂ ਫਿਰ ਤਾਂ ਮੈਂ ਇਹਨੂੰ ਸੀਟ ਦੇ ਦਾਂ, ਨਹੀਂ ਤਾਂ ਇਹ ਨਾ ਹੋਵੇ ਤੂੰ ਇਹਦੇ ਸੁਪਨੇ ਵੀ ਖਰਾਬ ਕਰੇਂਗਾ ਤੇ ਮੇਰੀ PhD ਸੀਟ ਵੀ। ਬਿਲਕੁਲ। ਹਾਲਾਂਕਿ ਉਹਨਾਂ ਨੂੰ ਲੱਗਿਆ ਕਿ ਦੇਖੋ, ਮੈਨੂੰ ਵੀ ਉਹਨਾਂ ਨੇ ਆਖਿਆ ਸਿਮਰਨ ਇਹ ਪਿਆਰ 'ਚ ਆਪਾਂ ਪੈ ਕੇ ਵਿਆਹ ਵੀ ਕਰਵਾਉਣੇ ਆ, ਉਦੋਂ ਵਾਅਦੇ ਹੋਰ ਹੁੰਦੇ ਪਿੱਛੇ ਹੋਰ ਵੀ ਆ ਨਾ ਤੇਰੀ ਗੱਲ ਹੋ ਜਾਏ। ਤੇ ਮੈਂ ਵੀ ਡਰੀ, ਮੈਂ ਕਿਹਾ ਵੀ ਸਰ ਤੁਸੀਂ ਹੀ ਪੁੱਛੋ ਵੀ ਆਪਾਂ ਦੋ ਜਾਣੇ ਗਵਾਹ ਹੋ ਜਾਾਂਗੇ। ਤੇ ਪਰ ਹਸਬੈਂਡ ਨੇ ਪੂਰਾ ਸਾਥ ਦਿੱਤਾ, ਸਾਹਿਬ ਨੇ ਸਾਥ ਦਿੱਤਾ ਫਿਰ ਪੂਰਾ। ਮੈਂ ਕਿਹਾ ਜੀ ਉਹਨਾਂ ਸਦਕੇ ਪੂਰਾ ਹੋ ਸਕਿਆ। ਬੜੀਆਂ ਅਸੀਂ ਢਾਬਿਆਂ ਦੀਆਂ ਹੀ ਰੋਟੀਆਂ ਖਾਧੀਆਂ ਨੇ ਕਿਉਂਕਿ ਸਮਾਂ ਜਦੋਂ ਇੱਕ ਵਾਰ ਤੁਸੀਂ ਪੜ੍ਹਨ ਬਹਿ ਗਏ ਫਿਰ ਇਹ ਲੱਗਦਾ ਹੁੰਦਾ ਵੀ ਹੁਣ ਨਾ ਉੱਠਿਆ ਜਾਵੇ। ਔਰ ਇਹ PhD ਚੀਜ਼ ਇਹੀ ਮੰਗਦੀ ਹੈ ਕਿ ਤੁਹਾਨੂੰ ਵਿੱਚੋਂ ਨਾ ਉਠਾਇਆ ਜਾਵੇ। ਹਾਲਾਂਕਿ ਮੈਂ ਕਈ ਵਾਰ ਕਹਿੰਦੀ ਹੁੰਦੀ ਸੀ ਵੀ ਕਾਸ਼ ਕੋਈ ਮੇਰੇ ਕੋਲੇ ਹੋਵੇ ਨਾ, ਮੈਨੂੰ 2 ਘੰਟਿਆਂ ਬਾਅਦ ਚਾਹ ਪਿਆਉਣ ਵਾਲਾ, ਤਾਂ ਮੈਂ ਸ਼ਾਇਦ ਇਹ 3 ਸਾਲਾਂ 'ਚ ਖਤਮ ਕਰ ਦਿੰਦੀ। ਪਰ ਇੱਕ ਤੇ ਉਸ ਤੋਂ ਬਾਅਦ ਫਿਰ ਮੈਰਿਜ ਹੋਈ, ਵਿਆਹ ਹੋਇਆ, ਫਿਰ ਨੌਕਰੀ ਲਈ। ਨੌਕਰੀ ਜਦੋਂ ਲਈ, ਬੇਟਾ ਪੌਣੇ 3 ਮਹੀਨਿਆਂ ਦਾ ਸੀ, ਫਿਰ ਉਹ ਬੇਟੇ ਦੀ ਸੰਭਾਲ ਇੱਕ ਇਕੱਲੇ ਪਰਿਵਾਰ ਦੇ ਵਿੱਚ ਹੈਗੇ ਆ, ਤਾਂ ਉਹ ਫਿਰ ਕਵੀ ਦਰਬਾਰ ਸ਼ੁਰੂ ਹੋ ਗਏ, ਤਾਂ ਬੜਾ ਕੁਛ ਨਾਲੋਂ ਨਾਲ ਸੀ। ਪਰ ਜੇ ਪੂਰ ਚੜਿਆ ਤਾਂ ਮੈਂ ਅਰਵਿੰਦ ਯਾਨੀ ਹਸਬੈਂਡ ਤੋਂ ਵੀ ਪਹਿਲਾਂ ਮੈਂ ਗਾਈਡ ਸਿਰ ਦੇ ਸਦਕੇ ਕਹਿੰਦੀ ਆ, ਮੈਂ ਕਈ ਵਾਰ ਸਾਲ ਬਾਅਦ ਵੀ ਸਰ ਕੋਲੇ ਆਈ ਆ ਤੇ ਉਹਨਾਂ ਨੇ ਮੱਥੇ ਵੱਟ ਨਹੀਂ ਪਾਇਆ। ਉਹਨਾਂ ਨੇ ਪੁੱਛਿਆ ਵੀ ਸਿਮਰਨ ਕਰ ਲੈ, ਇਹ ਪੂਰੀ ਹੋ ਜਾਣੀ ਆ, ਤੇ ਉਹਨਾਂ ਦੀ ਹੱਲਾਸ਼ੇਰੀ ਕਰਕੇ ਮੁਕੰਮਲ ਹੋ ਸਕਿਆ। ਮੁਬਾਰਕ ਤੁਹਾਨੂੰ, ਬਹੁਤ ਇੱਕ ਪ੍ਰਾਪਤੀ ਜਿਹੜੀ ਵੱਡੀ ਪ੍ਰਾਪਤੀ ਰਹੀ ਜੀ, ਕੰਪਲੀਟ ਕੀਤੀ ਹੈ ਨਾ ਜੀ। ਔਰ ਦੂਸਰਾ ਕਿਤਾਬ ਆ ਗਈ ਨਾ, ਮੈਂ ਤੇ ਉਹ ਕਹਾਣੀਆਂ ਦੀ ਕਿਤਾਬ। ਕਹਾਣੀਆਂ ਇੱਕ ਵੱਖਰਾ ਇੱਕ ਗੱਲ ਹੋਰ ਵੀ ਯਾਦ ਆ ਗਈ ਮੈਨੂੰ ਵੀ, ਤੁਸੀਂ ਬਾਲੇ ਛੋਟੇ ਜਿਹੜੇ ਉਹ ਸੀਗੇ ਹਨਾ, ਤੁਹਾਡੇ ਦਾਇਰੇ ਦੇ ਲੋਕ ਸੀ, ਜਾਣਨ ਵਾਲੇ, ਪੜ੍ਹਨ ਵਾਲੇ, ਸਭ ਨੂੰ ਹੈਰਾਨ ਜਿਹਾ ਕਰ ਦਿੱਤਾ। ਮੈਨੂੰ ਲੱਗਾ ਵੀ ਇਹਨੂੰ ਕਵਿਤਾ ਦੀ ਕਿਤਾਬ ਆ ਗਈ, ਸ਼ਾਇਦ ਗਜ਼ਲ ਦੀ ਆਊਗੀ, ਤੁਸੀਂ ਕਹਾਣੀਆਂ ਦੀ ਕੱਟ ਮਾਰੀ ਹੈ। ਇਹ ਸਬਬ ਕਿਵੇਂ ਵੀ ਨਾਲ ਚੱਲ ਰਿਹਾ ਸੀ? ਇਹ ਵੀ ਮੈਨੂੰ ਲੱਗਦਾ ਮੈਨੂੰ ਥੀਏਟਰ 'ਚ ਮਿਲੀ ਹੈ ਚੀਜ਼, ਥੀਏਟਰ ਦੇ ਐਂਡ ਤੇ ਵੱਡਾ ਧਮਾਕਾ। ਹਾਲਾਂਕਿ ਮੈਂ ਐਵੇਂ ਕਹਾਂ ਕੁਝ ਸੋਚਿਆ ਨਹੀਂ ਸੀ। ਮੇਰੀ ਨਾ ਇਹਨੂੰ ਮੈਂ ਗੁਣ ਮੰਨਦੀ ਹਾਂ, ਇਹਨੂੰ ਮੈਂ ਔਗਣ ਨਹੀਂ ਕਹਿੰਦੀ। ਮੇਰੇ 'ਚ ਬੇਤਰਤੀਬੀ ਬਹੁਤ ਹੈ, ਮੈਂ ਚੀਜ਼ਾਂ ਪੋਚ ਕੇ ਨਹੀਂ ਚੱਲ ਸਕਦੀ। ਮੈਨੂੰ ਲੱਗਦਾ ਹੁੰਦਾ ਵੀ ਦੇਖੀ ਜਾਓ, ਚਲੋ ਸਹੀ, ਫਿਰ ਦੇਖਾਂਗੇ, ਸੋਚਾਂਗੇ। ਤਾਂ ਇਹ ਕਹਾਣੀਆਂ ਦੀ ਕਿਤਾਬ, ਹਾਲਾਂਕਿ 1-2 ਜਾਣਿਆਂ ਨੇ ਆਖਿਆ ਵੀ, ਪਰ ਮੈਨੂੰ ਲੱਗਿਆ ਵੀ ਸਾਰੇ ਕਹਿੰਦੇ ਕਿ ਸਿਮਰਨ ਤੇਰੀ ਇੱਕ ਇਮੇਜ ਬਣੀ ਹੋਈ ਆ ਕਵਿਤਰੀ ਦੀ, ਤੂੰ ਹੁਣ ਕਹਾਣੀਆਂ ਦੀ ਕਿਤਾਬ ਲਿਆਏਂਗੀ, ਹੋ ਸਕਦਾ ਉਹ ਚੰਗੀਆਂ ਨਾ ਹੋਣ ਤੇ ਤੇਰੀ ਉਹ ਵੀ ਵਾਸ਼ ਹੋ ਜਾਣੀ ਹੈ। ਮੈਂ ਕਿਹਾ ਵੀ ਚਲੋ ਠੀਕ ਹੈ, ਫਿਰ ਕਵਿਤਰੀ ਤੇ ਹੈਗੇ ਹੀ ਹੈਗੇ ਆ ਵੀ ਚਲੋ ਜਿੰਨਾ ਜਾਣਦੇ ਆ। ਵੀ ਇਹ ਜਦੋਂ ਕਹਾਣੀਆਂ ਬਣ ਗਈਆਂ ਸੀ ਤਾਂ ਉਹ ਜਿਵੇਂ ਆਖਦੇ ਨੇ ਕਿ ਪਾਤਰ ਤੁਹਾਨੂੰ ਫਿਰ ਕੂਣੀਆਂ ਮਾਰਦੇ ਆ ਰਾਤ ਨੂੰ ਵੀ ਤੋਰ ਮੇਰੀ ਗੱਲ ਲੱਗੇ, ਮੈਨੂੰ ਲੈ ਕੇ ਜਾ ਜਿੱਥੇ ਲੈ ਕੇ ਜਾਣਾ ਸੀ। ਤਾਂ ਜਸਵੀਰ ਰਾਣਾ ਸਰ, ਸਿਮਰਨ ਧਾਲੀਵਾਲ ਹੋਰਾਂ ਦੀ ਇੰਨੀ ਹੱਲਾਸ਼ੇਰੀ ਮਿਲੀ ਤੇ ਉਹ ਕਹਾਣੀਆਂ, ਜਿਹੜੀ ਕਹਾਣੀ ਸੰਗ੍ਰਹਿ, ਬੜਾ ਅੱਛਾ ਉਹਦਾ ਰਿਸਪੌਂਸ ਰਿਹਾ। ਜਿੰਨਾ ਕੁ ਮੈਨੂੰ ਕਵੀ ਦੇ ਤੌਰ ਤੇ ਮੁਹੱਬਤ ਮਿਲੀ, ਤਾਂ ਕਹਾਣੀਕਾਰ ਦੇ ਤੌਰ ਤੇ ਵੀ ਕਹਾਣੀਆਂ ਉੱਥੇ ਤੱਕ ਪਹੁੰਚੀਆਂ ਨੇ ਹਨਾ। ਉਹਦੇ 'ਚ ਖਾਸੀਅਤ ਜਿਹੜੀ ਉਦੋਂ ਵੀ ਪਿਆਰੀ ਚੀਜ਼ ਰਹੀ ਹੈ ਕਿ ਉਹ ਕਹਾਣੀ ਜਗਤ ਦੀ ਵਿਦਾ 'ਚ ਭਾਵੇਂ ਗੁਰਦੇਵ ਜੀ ਉਹਨਾਂ ਦੀ ਟੈਕਨੀਕਲ ਜਿਹੜਾ ਬੜੀ ਵੀਕ ਵੀ ਹੋਣ ਬੇਸ਼ੱਕ, ਹਾਂ ਬਿਲਕੁਲ ਜੀ, ਮੈਂ ਕਿਉਂਕਿ ਉਹਦੇ ਤੇ ਉਸ ਤਰ੍ਹਾਂ ਦੀ ਕੋਈ ਗੋਸ਼ਟੀ ਉਹ ਨਹੀਂ ਕੀਤਾ। ਥੋੜੀਆਂ ਜਿਹੀਆਂ ਉਹ ਨਾਟਕੀ ਤੱਥ ਵੀ ਉਹਨਾਂ 'ਚ ਹਾਵੀ ਹੈ, ਕਲਪਨਾ ਵੀ ਹਾਵੀ ਹੈ, ਤੇ ਉਹ ਭਾਵੇਂ ਰਹੀਆਂ ਹੁਣ, ਪਰ ਨਾਟਕ ਦੇ ਰੂਪ 'ਚ ਔਰ ਸ਼ਾਰਟ ਫਿਲਮਸ ਦੇ ਰੂਪ 'ਚ ਲਗਭਗ ਸਾਰੀਆਂ ਹੀ ਅਡਾਪਟ ਹੋ ਚੁੱਕੀਆਂ ਨੇ ਲਗਭਗ ਉਹਨਾਂ 'ਚ। ਤਾਂ ਉਹ ਸੋਹਣੀ ਗੱਲ ਮੈਨੂੰ ਲੱਗੀ ਹੈ ਵੀ ਉਹਦੇ ਤੇ 5 ਕਹਾਣੀਆਂ ਤੇ ਤਾਂ ਹੁਣ ਨਾਲੋਂ ਨਾਲ ਜਿਹੜਾ ਉਹ ਚੱਲ ਰਿਹਾ ਕਿ ਚੰਗੇ ਪਲੇਟਫਾਰਮ ਲਈ, ਕਿਉਂਕਿ ਉਹ ਵੱਡੀਆਂ ਕਹਾਣੀਆਂ ਸੀਗੀਆਂ, ਉਹਨਾਂ ਤੇ 40-50 ਮਿੰਟ ਦੀ ਜਾਂ ਏਦਾਂ ਬਣਨੀਆਂ ਨੇ, ਤਾਂ ਉਹਦੇ ਨਾਲ ਉਹਨਾਂ ਦੇ ਜਿਹੜੇ ਕਹਾਣੀਆਂ ਦੇ ਥਾਟ ਨੇ ਜਾਂ ਜੋ ਤੁਹਾਡੇ ਥੀਮ ਸੀ ਉਹਦਾ ਮਤਲਬ ਹੋਰ ਰੀਚ ਵੱਧ ਜਾਏਗੀ। ਬਿਲਕੁਲ ਜੀ ਬਿਲਕੁਲ, ਜਦੋਂ ਰਿਕਾਰਡ ਹੋ ਜਾਏਗੀ ਚੀਜ਼ਾਂ, ਮਤਲਬ ਜੋ ਵੀ ਫਿਲਮਾਂ ਬਣਨਗੀਆਂ ਤਾਂ ਰੀਚ ਵੱਧ ਜਾਂਦੀ ਹੈ। ਕਿਤੇ ਨਾ ਕਿਤੇ ਜਦੋਂ ਮੈਂ ਲਿਖੀਆਂ ਤਾਂ ਮੇਰੇ ਮਨ 'ਚ ਵੀ ਉਵੇਂ ਹੀ ਚੱਲੀਆਂ ਨੇ, ਵਿਜ਼ੂਅਲਾਈਜੇਸ਼ਨ ਹੀ ਚੱਲੀ ਆ, ਦ੍ਰਿਸ਼ ਹੀ ਚੱਲੇ ਨੇ ਪੂਰੇ, ਵੀ ਉਹਦੇ ਮੁਤਾਬਿਕ ਹੀ ਉਹ ਹੋਇਆ ਹਨਾ। ਤਾਂ ਉਹ ਮੈਨੂੰ ਲੱਗਿਆ ਕਿ ਸ਼ਾਇਦ ਥੀਏਟਰ ਦੇ ਕਰਕੇ, ਫਿਲਮਸ ਦੇ ਵਿੱਚ ਕੰਮ ਕਰਨ ਕਰਕੇ ਉਹ ਚੀਜ਼ ਇਸ ਤਰ੍ਹਾਂ ਆਈ। ਤਾਂ ਚਲੋ ਜੇ ਕਹਾਣੀ ਜਗਤ ਨਾ ਸਹੀ ਤਾਂ ਪਰ ਇਹ ਜਿਹੜਾ ਸਕ੍ਰਿਪਟਿੰਗ ਵਰਡ ਹੈ ਉਹਦੇ ਵਿੱਚ ਇਸ ਤਰ੍ਹਾਂ ਦੀ ਚੀਜ਼ ਜ਼ਰੂਰ ਰਹੀ ਹੈ। ਇੱਕ ਹੋਰ ਪ੍ਰਾਪਤੀ ਮੈਨੂੰ ਯਾਦ ਆ ਗਈ ਗੱਲ ਸੁਣਦਿਆਂ ਵੀ, ਇੱਕ ਤੁਹਾਡਾ ਗੀਤ ਵੀ ਆ ਗਿਆ ਹਨਾ, ਕਿਸਾਨੀ ਸੰਘਰਸ਼ ਆ ਗਿਆ, ਫਿਰ ਗੀਤ ਆ ਗਿਆ, ਉਹਦੇ ਬਾਰੇ ਗੱਲ ਕਰਨੀ। ਪਰ ਉਸ ਤੋਂ ਪਹਿਲਾਂ ਮੈਂ ਚਾਹੁੰਦਾ ਵੀ ਹੁਣ ਕਵਿਤਰੀ ਦੀ ਗੱਲ ਤੁਸੀਂ ਕਰੇ ਵੀ, ਮੈਂ ਕਵਿਤਰੀ ਦੇ ਹੈ ਹੀ ਆਪਾਂ ਕੁਛ ਨਾ ਕੁਛ ਸੁਣ ਲਈਏ ਤੁਹਾਡੇ ਕੋਲ ਹਨਾ, ਕੁਛ ਸ਼ੇਅਰ, ਕੁਛ ਕਵਿਤਾ ਜ਼ਰੂਰ, ਫਿਰ ਆਪਾਂ ਗੀਤ ਦੀ ਗੱਲ ਕਰਾਂਗੇ ਜੀ। ਗਜ਼ਲ ਤੁਹਾਡੇ ਨਾਲ ਸਾਂਝੀ ਕਰਦੀ ਹਾਂ, ਤਾਜ਼ਾ ਗਜ਼ਲ ਹੈ ਕਿ ਉਹ ਦੂਰੀ ਜਰ ਗਿਆ ਹੋਣਾ, ਉਹ ਦੂਰੀ ਜਰ ਗਿਆ ਹੋਣਾ, ਹਾਂ ਓਲਾ ਕਰ ਗਿਆ ਹੋਣਾ, ਉਹ ਦੂਰੀ ਜਰ ਗਿਆ ਹੋਣਾ, ਹਾਂ ਓਲਾ ਕਰ ਗਿਆ ਹੋਣਾ, ਕਿ ਸਾਹਾਂ ਵਾਂਗ ਸੀ ਜਿਹੜਾ ਉਹ ਰਿਸ਼ਤਾ ਮਰ ਗਿਆ ਹੋਣਾ। ਵਾਹ ਜੀ ਵਾਹ, ਬਹੁਤ ਖੂਬ। ਕਿ ਸਾਹਾਂ ਵਾਂਗ ਸੀ ਜਿਹੜਾ ਉਹ ਰਿਸ਼ਤਾ ਮਰ ਗਿਆ ਹੋਣਾ, ਮੈਂ ਜਿਸ ਲਈ ਡੁੱਬਦੀ ਡੁੱਬ ਗਈ, ਮੈਂ ਜਿਸ ਲਈ ਡੁੱਬਦੀ ਡੁੱਬ ਗਈ,
ਉਹ ਤਾਰੂ ਤਰ ਗਿਆ ਹੋਣਾ। ਵਾਹ ਜੀ ਵਾਹ, ਬਹੁਤ ਖੂਬ। ਮੈਂ ਜਿਸ ਲਈ ਡੁੱਬਦੀ ਡੁੱਬ ਗਈ, ਉਹ ਤਾਰੂ ਤਰ ਗਿਆ ਹੋਣਾ। ਨਹੀਂ ਸੀ ਪਿਆਸ ਦਾ ਹਾਣੀ, ਜੀ ਨਹੀਂ ਸੀ ਪਿਆਸ ਦਾ ਹਾਣੀ, ਉਹ ਭਾਂਡਾ ਭਰ ਗਿਆ ਹੋਣਾ। ਵਾਹ ਜੀ ਵਾਹ। ਨਹੀਂ ਸੀ ਪਿਆਸ ਦਾ ਹਾਣੀ, ਉਹ ਭਾਂਡਾ ਭਰ ਗਿਆ ਹੋਣਾ। ਤੇ ਸ਼ੇਰ ਹੈ ਕਿ ਵਿਦਾ ਕੀਤਾ ਤੇ ਕੀ ਤੱਕਣਾ, ਜੀ ਵਿਦਾ ਕੀਤਾ ਤੇ ਕੀ ਤੱਕਣਾ, ਕਿ ਕਿਸ ਦੇ ਦਰ ਗਿਆ ਹੋਣਾ। ਵਿਦਾ ਕੀਤਾ ਤੇ ਕੀ ਤੱਕਣਾ, ਕਿ ਕਿਸ ਦੇ ਦਰ ਗਿਆ ਹੋਣਾ। ਜ਼ਮਾਨਾ ਤੇਜ਼ ਹੈ ਡਾਡਾ, ਖਲਾ ਕੋਈ ਭਰ ਗਿਆ ਹੋਣਾ। ਵਾਹ ਜੀ ਵਾਹ, ਬਹੁਤ ਖੂਬ। ਜ਼ਮਾਨਾ ਤੇਜ਼ ਹੈ ਡਾਡਾ, ਖਲਾ ਕੋਈ ਭਰ ਗਿਆ ਹੋਣਾ। ਤੇ ਆਖਰੀ ਹੈ ਕਿ ਜੀ ਅਕਸ ਗੱਲ ਮੁੱਕ ਗਈ ਆਖਿਰ, ਅਕਸ ਗੱਲ ਮੁੱਕ ਗਈ ਆਖਿਰ, ਕਿ ਉਸਦਾ ਸਰ ਗਿਆ ਹੋਣਾ। ਵਾਹ ਜੀ ਵਾਹ। ਅਕਸ ਗੱਲ ਮੁੱਕ ਗਈ ਆਖਿਰ, ਕਿ ਉਸਦਾ ਸਰ ਗਿਆ ਹੋਣਾ। ਵਾਹ ਜੀ ਵਾਹ, ਬਾ ਕਮਾਲ। ਸ਼ੁਕਰੀਆ ਜੀ, ਸ਼ੁਕਰੀਆ। ਬਹੁਤ ਅੱਛਾ, ਬਹੁਤ ਖੂਬ, ਬਹੁਤ ਹੀ ਪਿਆਰਾ ਰੰਗ ਬੰਨਿਆ ਤੁਸੀਂ, ਹੈ ਨਾ। ਤੇ ਆਪਾਂ ਗੀਤ ਦੀ ਗੱਲ ਕਰ ਰਹੇ ਸੀ, ਹਨਾ। ਜੀ ਫਿਰ ਮੈਂ ਜਿਵੇਂ ਸ਼ੁਰੂ ਚ ਕਿਹਾ ਵੀ ਇਹ ਗੀਤ ਵੀ ਲਿਖਦੇ ਨੇ, ਗਜ਼ਲ ਵੀ ਲਿਖਦੇ ਨੇ, ਸਾਰਾ ਕੁਝ, ਹਨਾ। ਮੈਨੂੰ ਲੱਗਦਾ ਇੱਕ ਚੀਜ਼ ਰਹਿ ਗਈ ਜਿਹੜੀ ਵੀ ਨਹੀਂ ਕਰਦੇ, ਉਹ ਜੇ ਗਾਉਂਦੇ ਨੇ, ਹਨਾ, ਸਿੰਗਿੰਗ ਨਹੀਂ ਕਰਦੇ। ਇਹ ਵੀ ਇੱਕ ਵਾਰ ਤੱਕ ਨਾਲ ਹੋ ਗਿਆ ਸੀ ਪੂਰਾ। ਇਹ ਨਾਭਾ ਕਾਵਿ ਉਤਸਵ ਪਿਛਲੀ ਵਾਰ ਵਾਲਾ ਜਿਹੜਾ ਸੀ, ਤਾਂ ਉੱਥੇ ਸ਼ਰਤ ਇਹ ਸੀ ਕਿ ਤੁਸੀਂ ਗਾਉਣਾ। ਤਾਂ ਮੈਂ ਬੜਾ ਸੋਚਦੀ ਰਹੀ ਕਿ ਮੈਂ ਕਿਹਾ ਵੀ ਨਹੀਂ ਜੀ, ਤੇ ਉਹ ਕਹਿੰਦੇ ਵੀ ਨਹੀਂ ਸਿਮਰਨ, ਗਾਉਣਾ ਤਾਂ ਮਤਲਬ ਗਾਉਣਾ। ਦਰਸ਼ਨ ਬੁੱਟਰ ਸਰ ਸੀ, ਹਨਾ। ਤੇ ਮੈਂ ਕਿਹਾ ਵੀ ਚਲੋ ਕੋਸ਼ਿਸ਼ ਕਰਦੇ ਹਾਂ। ਤਾਂ ਮੇਰੀ ਗਜ਼ਲ ਹਰਮੀਤ ਜੀ ਨੇ ਗਾਈ ਹੋਈ ਸੀ ਕਿ ਖੁੱਲ ਗਏ ਸੀ ਬੂਹੇ ਕਿੰਨੀਆਂ ਖੈਰਾਂ ਦੇ, ਇਹ ਬਰਕਤ ਵੀ ਸਦਕੇ ਤੇਰੇ ਪੈਰਾਂ ਦੇ। ਤੇ ਮੈਂ ਸਟੇਜ ਤੋਂ ਜਾਣ ਤੋਂ ਪਹਿਲਾਂ ਵੀ ਉਹਨੂੰ ਕੰਨ ਲਾ ਕੇ ਸੁਣਦੀ ਰਹੀ ਵੀ ਐ ਜੇ, ਪਰ ਮੈਂ ਉੱਥੇ ਇੰਨੀ ਕੁ ਪਜ਼ਲ ਹੋਈ ਕਿ 2 ਸ਼ੇਰ ਗਾਣ ਤੋਂ ਬਾਅਦ ਫਟਾਫਟ ਲਪੇਟ ਕੇ ਤੀਜਾ। ਤਾਂ ਨਹੀਂ, ਦੇਖੋ ਤੁਸੀਂ ਜਾਂ ਤਾਂ ਕਿਸੇ ਚੀਜ਼ 'ਚ ਪੂਰੇ ਤੁਹਾਨੂੰ ਸਮਝ ਹੁੰਦੀ ਹੋਵੇ। ਮੈਂ ਸੁਣਦੀ ਬਹੁਤ ਹਾਂ, ਔਰ ਨੋ ਡਾਊਟ ਮੈਂ ਚੰਗਾ ਸੁਣਦੀ ਹਾਂ, ਤੇ ਪਰ ਗਾਉਣ ਦਾ ਜੀ ਵੀ ਬੜਾ ਕਰਦਾ। ਇਹ 'ਚ ਵੀ ਕੋਈ ਤਾਂ ਲਾਸਟ ਤੇ ਸੁਣ ਲੈਣਾ ਹੀ। ਨਹੀਂ ਅਜੇ ਨਹੀਂ ਲਾਸਟ ਤੇ ਇਹ ਸੁਣਨ ਦਾ ਚੰਗਾ ਲੱਗਦਾ। ਸਰੋਤਾ ਮੈਂ ਚੰਗੀ ਹਾਂ। ਮੈਂ PhD ਸਾਰੀ ਆਬਿਦਾ ਪ੍ਰਵੀਨ ਹੋਰਾਂ ਨੂੰ, ਮ੍ਰਿੰਤਿਉਜੈ ਹੋਰਾਂ ਨੂੰ, ਹਨਾ। ਤੇ ਐਦਾਂ ਦਾ, ਜਾਂ ਮੈਂ ਕਈ ਵਾਰ ਰੂਮੀ ਮਿਊਜ਼ਿਕ ਲਾ ਲੈਂਦੀ ਸੀ ਤੇ ਫਿਰ ਉਹ ਨਾਲ ਨਾਲ ਪੜ੍ਹੇ ਜਾਣਾ। ਮੈਥੋਂ ਇਕੱਲਾ ਨਹੀਂ ਪੜ੍ਹਿਆ ਜਾਂਦਾ, ਨਾਲ ਨਾਲ ਕੁਝ ਚੱਲਦਾ ਹੋਵੇ ਤਾਂ ਮੈਂ ਪੜ੍ਹ ਸਕਦੀ ਹਾਂ। ਤਾਂ ਉਹ ਸੁਣਨ ਦਾ ਜ਼ਰੂਰ ਇੱਕ ਪੱਖ ਹੈ ਕਿ ਮੈਂ ਸੁਣਦੀ ਹਾਂ। ਚਲੋ ਬਹੁਤ ਵਧੀਆ, ਸੁਣਨਾ ਬਹੁਤ ਵੱਡੀ ਗੱਲ ਹੈ, ਇਹ ਵੱਡੀ ਚੀਜ਼ ਹੈ ਬਿਲਕੁਲ। ਲਿਖਣ ਨਾਲੋਂ, ਬੋਲਣ ਨਾਲੋਂ ਸਭ ਤੋਂ ਵੱਡਾ ਪੜ੍ਹਨਾ ਸੁਣਨਾ ਇਹ ਵੱਡੀ ਉੱਤਮ ਚੀਜ਼ ਹੈ। ਉਨਾ ਹੀ ਗੈਰ ਗੰਭੀਰ ਹੁੰਦਾ ਜਿੰਨਾ ਸੁਣਦਾ ਗਹਿਰਾਈ ਨਾਲ, ਜਿੰਨਾ ਗਹਿਰਾਈ ਨਾਲ ਸੁਣੇਗਾ ਉਨਾ ਹੀ ਉਹਦੇ ਅੰਦਰੋਂ ਨਿਕਲੇਗਾ। ਜੀ ਬਿਲਕੁਲ, ਬਹੁਤ ਵਧੀਆ ਜੀ। ਤੇ ਅੱਛਾ, ਗਾਣੇ ਦੀ ਗੱਲ ਚੱਲ ਰਹੀ ਸੀ, ਗੀਤ ਦੀ, ਨਾ। ਉਹ ਗੀਤ, ਹਾਲਾਂਕਿ ਚਲੋ ਜਦੋਂ ਕਿਸਾਨੀ ਸੰਘਰਸ਼ ਹੋਇਆ, ਹਨਾ, ਸਾਰਿਆਂ ਦੇ ਮਨਾਂ ਚੋਂ ਜਜ਼ਬੇ ਉੱਠੇ, ਵਾਲ ਉੱਠਿਆ, ਜੀ ਬਿਲਕੁਲ। ਤੇ ਪਰ ਜਿਵੇਂ ਉਹ ਗੀਤ ਦਾ ਲਿਖਣ ਦਾ ਸਬਬ ਕਿਵੇਂ ਬਣਿਆ, ਫਿਰ ਰਿਕਾਰਡਿੰਗ ਦਾ ਕਿੱਦਾਂ ਬਣਿਆ ਸਾਰਾ, ਹਨਾ? ਗੀਤ ਅਸੀਂ ਧਰਨੇ ਤੇ ਗਏ ਸੀਗੇ ਬਰਨਾਲੇ। ਸਾਡੇ ਆਪਣੇ ਗੁਆਂਢੀ ਹੋਏ ਨੇ ਮਿਊਜ਼ਿਕ ਐਮਪਾਇਰ, ਉਹਨਾਂ ਦੇ ਹਰਭਜਨ ਮਾਨ ਦੇ ਲੇਟੈਸਟ ਸਾਰੇ ਸੌਂਗਸ ਹੀ ਉਹ ਕਰ ਰਹੇ ਨੇ। ਕਾਫੀ ਚੰਗੇ ਉਹਨਾਂ ਦੇ ਗੀਤ ਆਏ ਹੋਏ ਨੇ, ਕਾਫੀ ਚੰਗਾ ਨਾਮ ਹੈ, ਪਾਲ ਸਿੱਧੂ ਦੇ ਨਾਮ ਨਾਲ ਨੇ। ਤਾਂ ਮੈਂ ਉਹਨਾਂ ਕੋਲੇ ਰਿਕਾਰਡਿੰਗ ਜਿਹੜੀ ਆਡੀਓ ਬੁੱਕਸ ਦੀ ਐਪ ਕਰਦੀ ਹਾਂ, ਤਾਂ ਉਹਨਾਂ ਦੇ ਸਟੂਡੀਓ 'ਚ ਰਿਕਾਰਡਿੰਗ ਕਰਦੀ ਹੁੰਦੀ ਸੀ ਬੁੱਕਸ। ਇੱਕ ਦਿਨ ਅਸੀਂ ਇਕੱਠੇ ਧਰਨੇ ਤੇ ਗਏ, ਉਹ ਵੱਡਾ ਧਰਨਾ ਸੀ, ਤੇ ਆਉਂਦਿਆਂ ਇਕੱਠੇ ਤੇ ਉਹ ਮੈਨੂੰ ਕਹਿਣ ਲੱਗੇ ਵੀ ਲੈ ਵੀ ਫਿਰ ਤੁਹਾਡੇ ਤਾਂ ਮਨ 'ਚ ਕੁਛ ਆ ਗਿਆ ਹੋਣਾ। ਇੱਕ ਵਿਦਰੋਹ ਤੇ ਇੱਕ ਮਨ ਭਰਿਆ ਹੋਇਆ ਸੀ। ਤੇ ਮੈਂ ਆਉਂਦੇ ਮਜ਼ਾਕ ਦੇ ਵਿੱਚ ਮੈਂ ਕਿਹਾ ਲੈ ਓਬਵੀਅਸ ਜੀ ਗੱਲ ਹੈ ਵੀ ਜੇ ਟੁੰਬ ਜੇ ਤਾਂ ਟੁੰਬ ਜੇ, ਨਹੀਂ ਤਾਂ ਨਹੀਂ। ਔਰ ਮੈਂ ਜਦੋਂ ਘਰੇ ਆਈ ਤੇ ਮੈਂ 1 ਘੰਟੇ ਬਾਅਦ, ਹਲੇ ਉਹ ਆਪਣੇ ਘਰ ਨਹੀਂ ਸੀ ਗਏ, ਮੈਂ 1 ਘੰਟੇ ਬਾਅਦ ਉਹਨਾਂ ਨੂੰ ਲਿਖ ਕੇ ਭੇਜਿਆ ਵੀ ਮੈਂ ਕਿਹਾ ਮੇਰੇ ਮਨ 'ਚ ਆਇਆ। ਅੱਛਾ ਉਹ ਗੱਲ ਖਤਮ ਹੋ ਗਈ, ਕਿਉਂਕਿ ਲਿਖਦੇ ਆਪਾਂ ਹਾਂ ਇਦਾਂ ਕੰਪੋਜੀਸ਼ਨ ਵੀ ਨਾਲ ਹੀ ਆਈ, ਨਹੀਂ ਕੰਪੋਜੀਸ਼ਨ ਨਹੀਂ, ਸਿਰਫ ਲਾਈਨਾਂ, ਹਨਾ। ਤੇ ਉਹਦੇ 'ਚ ਪਿਆਰੀ ਹੋਰ ਵੀ ਸੀ। ਤੇ ਮੈਨੂੰ ਲੰਘ ਗਿਆ ਉਹਨੂੰ ਮਹੀਨਾ 1.5 ਮਹੀਨਾ ਜਦੋਂ ਲੰਘਿਆ, ਤੇ ਇੱਕ ਦਿਨ ਉਹਨਾਂ ਨੇ ਮੈਨੂੰ ਆਡੀਓ ਭੇਜੀ, ਤੇ ਜਦੋਂ ਮੈਂ ਸੁਣੀ ਉਹ ਕੰਪੋਜ਼ ਕੀਤਾ ਹੋਇਆ। ਹੁਣ ਮੈਨੂੰ ਰਿਐਕਟ ਨਹੀਂ ਕਰਨਾ ਆਉਂਦਾ। ਤੁਸੀਂ ਕੋਈ ਸੰਪਰਕ ਨਹੀਂ ਕੀਤਾ ਵੀ ਕਵਰ ਜੀ ਨਾਲ ਕੁਝ ਨਹੀਂ, ਉਹ ਗਾਇਆ ਸੀ ਲਾਭ ਹੀਰਾ ਜੀ ਨੇ। ਅੱਛਾ, ਹਾਂਜੀ, ਲਾਭ ਹੀਰਾ, ਗੁਰਲੇਜ਼ ਅਖਤਰ ਜੀ ਹੋਰਾਂ ਨੇ, ਸਾਰਿਆਂ ਨੇ। ਤੇ ਮੈਨੂੰ ਬੜੀ ਹੈਰਾਨੀ ਜੀ ਹੋਈ। ਮੈਂ ਕਿਹਾ ਵੀ ਪਾ ਲੈ ਤੁਸੀਂ ਕਿੱਦਾਂ? ਮੈਂ ਕਿਹਾ ਵੀ ਇੱਦਾਂ ਲੱਗਦਾ ਹੁੰਦਾ ਜਿਵੇਂ ਇੱਕ ਨਿੱਕੇ ਜਿਹੇ ਅਣੂ ਤੋਂ, ਨਿੱਕੇ ਜਿਹੇ ਕਣ ਤੋਂ ਇੱਕ ਬੱਚਾ ਪੈਦਾ ਹੁੰਦਾ। ਮੈਨੂੰ ਉਹ ਕੁਦਰਤ ਦੀ ਬੜੀ ਵੱਡੀ ਖੇਡ ਲੱਗਦੀ ਹੈ। ਔਰ ਨਿੱਕੇ ਜਿਹੇ ਬੀਜ ਤੋਂ ਇੱਕ ਦਰਖਤ ਬਣਦਾ। ਮੈਨੂੰ ਗੀਤ ਵੀ ਐਵੇਂ ਹੀ ਲੱਗਦਾ ਹੁੰਦਾ, ਹਨਾ, ਵੀ ਉਹ ਨਿੱਕੀ ਜਿਹੀ ਇੱਕ ਤੁਸੀਂ ਤੁਕ ਲਿਖੀ, ਉਹ ਤੁਕ ਬਣਦੀ ਗਈ, ਬੂਟਾ ਵੱਡਾ ਹੋਇਆ, ਕਿਸੇ ਨੇ ਉਹ 'ਚ ਕਿਸ ਤਰ੍ਹਾਂ ਦਾ ਪਾਣੀ, ਕਿਸੇ ਨੇ ਕਿਸ ਤਰ੍ਹਾਂ ਦੀ ਰੌਸ਼ਨੀ ਪਾਈ, ਸਾਰਿਆਂ ਦੇ ਇਕੱਠੇ ਹੋਏ। ਫਿਰ ਜਦੋਂ ਸੁਣਾਇਆ ਬੜਾ ਪਿਆਰਾ ਲੱਗਿਆ। ਫਿਰ ਉਹਨਾਂ ਨੇ ਵੀਡੀਓ ਨਾਰਮਲ ਬਣਾਈ ਹੋਈ ਸੀ, ਤੇ ਅਸੀਂ ਕਿਹਾ ਵੀ ਹੁਣ ਦੇਖੋ ਸੋਹਣਾ ਬਣਿਆ ਤਾਂ ਥੋੜੀ ਜਿਹੀ ਵੀਡੀਓ ਹੋਰ ਕਰ ਲਈਏ। ਫਿਰ ਅਸੀਂ ਉਹ ਰਾਤੋਂ ਰਾਤ ਸਾਡਾ ਪਲਾਨ ਬਣਿਆ ਵੀਡੀਓ ਦਾ, ਜਿਹੜਾ ਛੋਟੀ ਜੀ ਬੇਟਾ ਵੀ ਉਹਦੇ 'ਚ ਸੀਗਾ, ਫਤਿਹ ਸਿੰਘ, ਤੇ ਅਸੀਂ ਉਹਨੂੰ ਫਿਰ ਅਗਲੇ ਦਿਨ ਸ਼ੂਟ ਕਰਕੇ ਰਿਲੀਜ਼ ਕੀਤਾ। ਬੜਾ ਪਿਆਰਾ ਗੀਤ ਰਿਹਾ, ਬਹੁਤ ਸੋਹਣਾ ਗੀਤ ਲੱਗਿਆ ਉਹਨਾਂ ਦੇ। ਬਹੁਤ ਬਣੀ, ਬੜਾ ਜੋਸ਼ ਵਾਲਾ, ਹਨਾ, ਗੀਤ ਬਣਿਆ। ਲਾਭ ਹੀਰਾ ਜੀ ਨੂੰ ਮਿਲੇ ਤੇ ਮੈਂ ਹੈਰਾਨ ਹੋਈ ਜਦੋਂ ਲਾਭ ਹੀਰਾ ਜੀ ਨੇ ਮੈਨੂੰ ਆਖਿਆ ਕਿ ਸਿਮਰਨ ਜੀ ਤੁਹਾਡੀ ਕਲਮ ਸੋਹਣੀ, ਤੇ ਮੈਨੂੰ ਇੱਕ ਹੋਰ ਗੀਤ ਲਿਖ ਕੇ ਦਿਓ। ਮੈਨੂੰ ਭਰੋਸਾ ਨਹੀਂ ਆਇਆ ਖੁਦ ਤੇ ਮੈਂ ਕਿਹਾ ਵੀ ਨਹੀਂ, ਉਹੀ ਆਖਤਾ ਜਾਂ ਕਿੱਦਾਂ, ਪਰ ਉਹਨਾਂ ਨੇ ਕਿਹਾ ਕਿ ਮੈਨੂੰ ਬਹੁਤ ਸੋਹਣਾ ਲੱਗਿਆ। ਇੱਕ ਸ਼ੁਰੂਆਤ ਸੀ ਉਦੋਂ। ਬਹੁਤ ਖੂਬਸੂਰਤ ਜਿਹੜੇ
ਮਤਲਬ ਜਦੋਂ ਵੀ ਸੰਘਰਸ਼ ਚੱਲਿਆ ਬਹੁਤ ਸਾਰੇ ਗੀਤ ਆਏ, ਉਹਨਾਂ ਸਾਰਿਆਂ ਗੀਤਾਂ ਦੇ ਵਿੱਚੋਂ ਮਤਲਬ ਚੰਗੇ ਗੀਤਾਂ ਦੇ ਵਿੱਚੋਂ ਜੀ ਬਹੁਤ ਬਹੁਤ ਸ਼ੁਕਰੀਆ ਜੀ। ਇੱਕ ਹਾਜ਼ਰੀ ਹਰ ਇੱਕ ਬੰਦਾ ਆਪਣੇ ਢੰਗ ਨਾਲ ਲਗਵਾਉਂਦਾ, ਤਾਂ ਆਪਾਂ ਵੀ ਉਹ ਵਲਵਲੇ ਆ, ਉਹਨੇ ਨਿਕਲ ਕੇ ਤਾਂ ਰਹਿਣਾ ਜੋ ਇਸ ਤਰੀਕੇ ਨਾਲ ਦੂਜਿਆਂ ਦੇ ਸਾਹਮਣੇ ਆਉਂਦੇ ਆ ਤਾਂ ਉਹੀ એનર્ਜੀ ਪਾਸ ਕਰਨ ਵਾਲਾ ਕੰਮ ਹੈ ਜੀ। ਗੀਤਾਂ ਦੀ ਗੱਲ ਚੱਲੀ, ਇੱਕ ਹੋਰ ਗੀਤ ਤੁਹਾਡਾ ਕਨਵਰ ਗਰੇਵਾਲ ਨਾਲ ਆ ਰਿਹਾ ਹੈ, ਉਹ ਕਿਸ ਤਰ੍ਹਾਂ ਦਾ ਗੀਤ, ਉਹਦੇ ਬਾਰੇ ਵੀ ਸਾਨੂੰ ਦੱਸੋ ਜ਼ਰੂਰ। ਇਹ ਪਹਿਲੀ ਵਾਰੀ ਆਪਾਂ ਇਸ ਚੀਜ਼ ਦਾ ਜ਼ਿਕਰ ਕਰ ਰਹੇ ਹਾਂ ਕਿ ਇੱਕ ਅਲੱਗ ਵਿਦਾ ਦਾ ਉਹਨਾਂ ਲਈ ਵੀ ਅਲੱਗ ਹੋਏਗਾ, ਔਰ ਮੈਂ ਤੇ ਚਲੋ ਮੈਂ ਮੁਹੱਬਤ ਦੀ ਕਵਿਤਾ ਲਿਖਦੀ ਹਾਂ ਤਾਂ ਉਸ ਤਰ੍ਹਾਂ ਦੇ ਰੰਗ ਦਾ ਹੈ, ਪਰ ਸਾਹਿਤਕ ਲਿਬਾਸ ਦੇ ਵਿੱਚ ਹੈ ਤਾਂ ਇੱਕ ਵੱਖਰਾ ਕੰਵਰ ਜੀ ਵੱਲੋਂ ਵੀ ਤੁਹਾਨੂੰ ਵੱਖਰਾ ਦੇਖਣ ਨੂੰ ਮਿਲੇਗਾ। ਤੇ ਇਹ ਧੰਨ ਭਾਗ ਨੇ ਕਿ ਇਸ ਵਕਤ ਉਸ ਆਵਾਜ਼ ਦੇ ਵਿੱਚ ਮੇਰੇ ਗੀਤ ਨੂੰ ਜਿਹੜਾ ਇੱਕ ਨਵਾਂ ਜਨਮ ਮੈਂ ਆਖ ਸਕਦੀ ਹਾਂ ਉਹਨੂੰ, ਜਾਂ ਇੱਕ ਨਵੀਂ ਉਹਦੇ ਨਾਲ ਪੇਸ਼ ਹੋਣਾ, ਨਵੇਂ ਰੰਗ 'ਚ ਆਉਣਾ, ਤਾਂ ਬੜਾ ਹੁਲਾਸ ਹੈ, ਬੜਾ ਚਾਅ ਉਸ ਆਵਾਜ਼ ਦਾ। ਕੰਵਰ ਜੀ ਦੀ ਆਵਾਜ਼, ਕਿਉਂਕਿ ਅਸੀਂ ਲੂਣਾ ਨਾਟਕ ਇਕੱਠੇ ਕਰਦੇ ਰਹੇ ਹਾਂ, ਉਹਨਾਂ ਦਾ ਸੰਗੀਤ ਹੁੰਦਾ ਸੀ ਬੈਕਗਰਾਊਂਡ ਤੇ ਮੈਂ ਲੂਣਾ ਦਾ ਪਾਤਰ ਅਦਾ ਕਰਦੀ ਸੀ, ਔਰ ਭਾਵੇਂ ਅਸੀਂ ਨੱਚਦੇ ਵੀ ਪਏ ਹੋਈਏ ਸਟੇਜ ਦੇ ਸ਼ੋਅ ਤੋਂ ਪਹਿਲਾਂ, ਨਾਟਕ ਤੋਂ ਪਹਿਲਾਂ, ਪਰ ਜਦੋਂ ਕੰਵਰ ਆਲਾਪ ਲੈਂਦੇ ਸੀ ਤਾਂ ਪੁੱਬ ਨਿਕਲ ਜਾਂਦੀ ਸੀ। ਔਰ ਉਹਦੀ ਸ਼ੁਰੂਆਤ ਹੀ ਇਦਾਂ ਸੀ ਕਿ ਮੈਂ ਅੱਗ ਟੁਰੀ ਪਰਦੇਸ ਨੂੰ ਸਈਓ ਨੂੰ ਜ਼ਬਰਦਸਤੀ ਵਿਆਹਿਆ ਜਾ ਰਿਹਾ ਸਲਮਾਨ ਦੇ ਨਾਲ, ਤੇ ਜਦੋਂ ਫਿਰ ਕੰਵਰ ਆਲਾਪ ਲੈਂਦੇ ਸੀ ਤੇ ਮਤਲਬ ਤੌਬਾ ਹੀ ਹੋ ਜਾਂਦੀ ਸੀ। ਬੜੇ ਲੰਮੇ ਸਮੇਂ ਬਾਅਦ ਹੁਣ ਦੁਬਾਰਾ ਮਿਲੇ ਤਾਂ ਅਚਾਨਕ ਗੱਲਬਾਤ ਤੁਰੀ, ਤਾਂ ਉਹਨਾਂ ਨੇ ਦੇਖਿਆ ਕਿ ਮੈਂ ਵੀ ਲਿਖ ਰਹੀ ਐਦਾਂ, ਤਾਂ ਉਹਨਾਂ ਨੇ ਆਖਿਆ ਕਿ ਆਪਾਂ ਕਰਦੇ ਹਾਂ। ਸੋ ਬੜੀ ਜਲਦੀ ਉਮੀਦ ਹੈ ਕਿ ਬਹਾਰ ਆਉਣ ਤੱਕ ਜੀ ਬਹਾਰ ਦੀ ਉਡੀਕ ਚ ਅਸੀਂ, ਸਾਡੇ ਵੱਲ ਵੀ ਬਹਾਰ ਆਉਣੀ ਹੈ ਤੇ ਉਂਝ ਵੀ ਮੌਸਮ ਚ। ਬਿਲਕੁਲ ਜੀ, ਨਹੀਂ ਬਹੁਤ ਵਧੀਆ। ਅੱਛਾ, ਜਦੋਂ ਗੀਤਾਂ ਦੀ ਗੱਲ ਚੱਲਦੀ ਹੈ ਨਾ, ਤੇ ਜਿਹੜੇ ਆਪਣੇ ਲੇਖਕ ਨੇ ਹਨਾ ਜੀ, ਸ਼ਾਇਰ ਨੇ, ਜੇ ਉਹ ਸ਼ਾਇਰ ਕਵਿਤਾ ਲਿਖ ਰਿਹਾ, ਗਜ਼ਲ ਲਿਖ ਰਿਹਾ ਜਾਂ ਹੋਰ ਇਦਾਂ ਦਾ ਚੀਜ਼ ਲਿਖ ਰਿਹਾ ਤਾਂ ਉਹਨੂੰ ਸ਼ਾਇਰ ਮੰਨਿਆ ਜਾਂਦਾ, ਮਤਲਬ ਦਾਇਰਾ ਬਣਾ ਲਿਆ ਆਪਾਂ। ਜੇ ਉਹ ਤੋਂ ਹਟ ਕੇ ਉਹ ਗੀਤ ਲਿਖਣ ਲੱਗ ਜੇ ਤਾਂ ਉਹਦੇ ਵੱਲ ਪਤਾ ਨਹੀਂ ਕੋਈ ਸ਼ੱਕੀ ਨਜ਼ਰਾਂ ਦੇਖਣ ਲੱਗ ਪਿਆ, ਹੁਣ ਹਲਕਾ ਲਿਖਣ ਲੱਗ ਗਿਆ ਜਾਂ ਗੀਤਾਂ ਨੂੰ ਹਲਕਾ ਸਮਝਣ ਲੱਗ ਪਿਆ। ਇਹ ਇਦਾਂ ਕਿਉਂ ਆ, ਮਤਲਬ ਹਨਾ ਇਹਨਾਂ ਅਸਲ ਦੇ ਵਿੱਚ ਅਸੀਂ ਮਨ ਦੇ ਵਿੱਚ ਇੱਕ ਬਾਕਸਸ ਬਣਾ ਲੈਂਦੇ ਹਾਂ। ਅਸੀਂ ਆਖਦੇ ਹਾਂ ਕਿ ਇਹ ਇਮੇਜ ਟੁੱਟ ਜੂ, ਤੁਹਾਡੀ ਇਮੇਜ ਹੁਣ ਬੰਦੇ ਨੇ ਆਪ ਨਹੀਂ ਬਣਾਈ ਹੁੰਦੀ। ਮੈਂ ਥੋੜਾ ਨਾ ਆਖਾਂਗੀ ਕਿ ਮੈਨੂੰ ਆ ਡੱਬੇ ਦੇ ਵਿੱਚ ਢਾਲ ਦਿਓ ਤੇ ਮੈਂ ਇੱਧਰ ਹੂੰ ਤੇ ਮੈਨੂੰ ਛਾਂਗ ਦਿਓ, ਮੈਂ ਜਿੰਨਾ ਡੱਬੇ ਤੋਂ ਬਾਹਰ ਹੂੰ ਤੇ ਮੈਨੂੰ ਛਾਂਗ ਦਿਓ, ਹਨਾ। ਬੰਦਾ ਕੀ એનર્ਜੀ ਆ, ਉਹ ਪਾਣੀ ਦੇ ਵਰਗਾ ਹੈ ਨਾ। ਪਾਣੀ ਜਿਸ ਰੂਪ ਦੇ ਵਿੱਚ ਉਹਨੇ ਆਪਣੇ ਆਪ ਨੂੰ ਢਾਲ ਲੈਣਾ, ਪਰ ਸਾਹਮਣੇ ਵਾਲਾ ਉਹਨੂੰ ਉਸ ਤਰੀਕੇ ਨਾਲ ਵੇਖਣ ਲੱਗ ਜਾਂਦਾ, ਇਹ ਨਦੀ ਹੋ ਗਈ, ਇਹ ਦਰਿਆ ਹੋ ਗਿਆ, ਹੈ ਨਾ। ਤੇ ਇਹ ਤਾਂ ਹੁਣ ਜੀ ਨਾਲ ਹੀ ਰਹਿ ਗਈ ਹੈ, ਤਾਂ ਬਹੁਤ ਛੋਟਾ ਪਾਣੀ ਦਾ ਸਰੋਤ ਰਹਿ ਗਿਆ, ਅਸੀਂ ਢਾਲ ਲੈਂਦੇ ਹਾਂ। ਇਹ ਬਹੁਤ ਵੱਡੀ ਸਮੱਸਿਆ ਮੈਨੂੰ ਲੱਗਦਾ। ਜੇ ਦੇਬੀ ਨੂੰ ਹੁਣ ਤੁਸੀਂ ਕੀ ਆਖੋਗੇ, ਦੇਬੀ ਮਖਸੂਸਪੁਰੀ ਉਹਨੂੰ ਗੀਤਕਾਰ ਆਖੋਗੇ ਇਕੱਲਾ? ਜੇ ਦੇਬੀ ਜੇ ਦੇਬੀ ਮਖਸੂਸਪੁਰੀ ਕੱਲਾ ਗੀਤਕਾਰ ਆ ਤਾਂ ਮੈਂ ਕਹਿੰਦੀ ਹਾਂ ਕੋਈ ਸ਼ਾਇਰ ਹੀ ਨਹੀਂ ਫਿਰ ਇੰਨਾ ਪਿਆਰਾ, ਹੈਨਾ। ਸ਼ਿਵ ਕੁਮਾਰ ਬਟਾਲਵੀ ਨੂੰ ਕਿਹੜੀ ਤੱਕੜੀ ਚ ਤੋਲਦੇ ਹੋ ਫਿਰ ਤੁਸੀਂ? ਅੰਮ੍ਰਿਤਾ ਪ੍ਰੀਤਮ ਨੂੰ ਕਿਹੜੀ ਤੱਕੜੀ ਚ ਤੋਲਦੇ ਹੋ? ਕਿਉਂਕਿ ਉਹਨਾਂ ਦੇ ਗੀਤ ਇੰਨੇ ਖੂਬਸੂਰਤ ਨੇ। ਸ਼ਿਵ ਕੁਮਾਰ ਬਟਾਲਵੀ ਦੇ ਗੀਤ ਤਾਂ ਕਿਤਾਬਾਂ ਦੇ ਨਾਮ ਵੀ ਇਦਾਂ ਨੇ, ਬਿਰਹਾ ਦੇ ਗੀਤ, ਬਿਰਹਾ ਦੇ ਗੀਤ ਜੀ, ਤਾਂ ਉਹ ਕਿੰਨੇ ਜ਼ਿਆਦਾ ਆਵਾਜ਼ਾਂ 'ਚ ਹਜੇ ਤੱਕ ਗਾਏ ਜਾ ਰਹੇ ਨੇ, ਹਨਾ। ਤਾਂ ਮੈਂ ਇੱਕ ਸ਼ਿਕਰਾ ਯਾਰ ਬਣਾਇਆ, ਮੈਨੂੰ ਲੱਗਦਾ ਕੋਈ ਵੀ ਚੜ੍ਹਦੀ ਉਮਰ ਦੇ ਵਿੱਚ ਜੇ ਗਾਇਕ ਬਣਨ ਦੀ ਲੋਚਦਾ ਤਾਂ ਉਹ ਇਸ ਗੀਤ ਤੋਂ ਸ਼ੁਰੂਆਤ ਕਰਦਾ। ਤਾਂ ਅਸੀਂ ਇੱਥੇ ਨਾ ਉਹਨੂੰ ਇੱਕ ਆਪਣੇ ਆਪ ਦੇ ਲਈ ਕਰਕੇ ਰੱਖ ਲੈਂਦੇ ਹਾਂ ਕੱਟ ਵੱਢ ਕੇ, ਐਦਾਂ ਨਹੀਂ ਹੋਣਾ ਚਾਹੀਦਾ। ਮੈਂ ਜਿੱਦਾਂ ਸ਼ਬਾਨਾ ਆਜ਼ਮੀ ਨੇ, ਉਹ ਕਮਾਲ ਦੀਆਂ ਨਜ਼ਮਾਂ ਲਿਖਦੇ ਨੇ, ਕਮਾਲ ਦੀਆਂ ਕਵਿਤਾਵਾਂ ਲਿਖਦੇ, ਪਰ ਉਹ ਫਿਲਮ ਜਗਤ 'ਚ ਵੀ ਹੈ ਨਾ। ਬਹੁਤ ਸਾਰੇ ਨਾਮ ਨੇ ਸਾਡੇ ਕੋਲ, ਜਾਵੇਦ ਅਖਤਰ ਨੇ, ਉਹਨਾਂ ਨੇ ਕੀ ਗੀਤ ਨਹੀਂ ਲਿਖੇ। ਸਾਹਿਰ ਲੁਧਿਆਣਵੀ ਦੇ ਗੀਤਾਂ ਤੇ ਕੌਣ ਫਿਦਾ ਨਹੀਂ, ਉਹ ਗਜ਼ਲਾਂ ਵੀ ਲਿਖਦੇ ਰਹੇ। ਤਾਂ ਹੁਣ ਇਹ ਅੱਜ ਦੇ ਸਮੇਂ ਦੀ ਲੋੜ ਵੀ ਹੈ ਤੇ ਮੈਨੂੰ ਲੱਗਦਾ ਕਿ ਇੱਕ ਰਾਹ ਵੀ ਹੈ ਆਪਣਾ, ਹਨਾ। ਵਿਜੇ ਵਿਵੇਕ ਜੀ ਦਾ ਗੀਤ ਮੈਨੂੰ ਲੱਗਦਾ ਪੰਜਾਬੀ 'ਚ ਉਦੋਂ ਖੂਬਸੂਰਤ ਕੋਈ ਨਹੀਂ, ਮੋਤੀ ਸਿਤਾਰੇ ਫੁੱਲ ਵੇ, ਉਦੋਂ ਖੂਬਸੂਰਤ ਕੀ ਆ। ਅਸੀਂ ਜਦੋਂ ਉਹਨੂੰ ਟੋਕ ਕੇ ਰੋਕ ਕੇ ਮਹਿਦੂਦ ਕਰ ਦਿੰਦੇ ਹਾਂ। ਸਾਹਿਤ ਦੀ ਨਾ ਇੱਕ ਬੰਨਣ ਦੀ ਕੋਸ਼ਿਸ਼, ਸਾਹਿਤ ਦੀ ਮੈਨੂੰ ਸਮੱਸਿਆ ਆਖ ਸਕਦੀ ਹਾਂ। ਅਸੀਂ ਸੁਖਨ ਨੂੰ ਇੱਕ ਉੱਚੇ ਕਟਹਿਰੇ 'ਚ ਖੜਾ ਕਰ ਲੈਂਦੇ ਹਾਂ ਵੀ ਸੁਖਨ ਨਹੀਂ ਥੱਲੇ ਆਊਗਾ। ਇਹ ਤਾਂ ਸ਼ਾਇਰੀ ਦਾ ਤਾਂ ਪੱਧਰ ਤੁਹਾਡੀ ਲਿਖਤ ਦਾ ਹੋਣਾ ਚਾਹੀਦਾ, ਪੱਧਰ ਬੰਦੇ ਦਾ ਨਾ ਹੋਵੇ ਵੀ ਉਹ ਉੱਚਾ ਹੋ ਕੇ ਖੜ ਜਾਵੇ। ਹੁਣ ਜਗਸੀਰ ਜੀ ਦਾ ਅਗਰ ਗਾਉਂਦੇ ਨੇ ਤਾਂ ਲੋਕ ਅਸ਼ ਕਰ ਉੱਠਦੇ ਨੇ। ਸਾਡੇ ਕਈ ਵੱਡੇ ਸ਼ਾਇਰ ਉਹ ਇੰਨਾ ਗਹਿਰਾ ਲਿਖਦੇ ਨੇ ਕਿ ਸਾਹਮਣੇ ਵਾਲੇ ਦੇ ਸਮਝ ਨਹੀਂ ਪੈਂਦਾ। ਹੁਣ ਮੈਂ ਇਹ ਨਹੀਂ ਕਹਿੰਦੀ ਕਿ ਉਸ ਸ਼ਾਇਰ ਨੂੰ ਉਸ ਤਰ੍ਹਾਂ ਦਾ ਲਿਖਣ ਲੱਗ ਜਾਣਾ ਚਾਹੀਦਾ ਪਾਠਕ ਦੇ ਨਾਤੇ, ਪਰ ਘੱਟੋ ਘੱਟ ਅਸੀਂ ਆਪਣੀਆਂ ਚੀਜ਼ਾਂ ਲੋਕਾਂ ਦੇ ਵਿੱਚ ਲੈ ਕੇ ਤਾਂ ਜਾਈਏ ਜਿੰਨਾ ਖਾਤਰ ਲਿਖ ਰਹੇ ਹਾਂ। ਬਿਲਕੁਲ ਜੀ, ਬਿਲਕੁਲ ਉੱਥੇ ਤੱਕ ਪਹੁੰਚੇ ਤਾਂ ਸਹੀ ਨਾ ਜਿੰਨਾ ਦੀ ਖਾਤਰ। ਨਾਲੇ ਸਾਹਿਤ ਤਾਂ ਆਮ ਪਾਠਕ, ਸਾਹਿਤ ਉਹੀ ਚੰਗਾ ਜਿਹੜਾ ਸਾਰਿਆਂ ਦੇ ਹਿੱਤ 'ਚ ਹੋਵੇ, ਆਮ ਪਾਠਕ ਤੱਕ, ਹਨਾ, ਸਧਾਰਨ ਬੰਦੇ ਤੱਕ ਤੁਹਾਡੀ ਗੱਲ ਪਹੁੰਚੇ। ਜੇ ਰਾਮ ਸਰੂਪ ਪੜ੍ਹ ਕੇ ਜਾਂ ਬਲਵੰਤ ਗਾਰਗੀ ਲਾਓ, ਬਲਵੰਤ ਗਾਰਗੀ
ਕਿਹੜੇ ਮੁਲਕ ਨਹੀਂ ਘੁੰਮੇ, ਪਰ ਉਹਨੇ ਆਪਣੀ ਮਾਲਵੇ ਦੇ ਟਿੱਬਿਆਂ ਦੀ ਭਾਸ਼ਾ ਨਹੀਂ ਛੱਡੀ, ਉਹਦੇ ਭਾਸ਼ਾ ਦੀ ਉਹ ਪੇਂਡੂ ਖੂਬਸੂਰਤੀ ਨਹੀਂ ਛੱਡੀ। ਮਕਸਦ ਕੀ ਸੀ ਕਿ ਮੈਨੂੰ ਜੇ ਪੜ੍ਹੇ, ਹੁਣ ਉਹ ਤਾਂ ਲਿਖ ਸਕਦੇ ਸੀ ਅਮਰੀਕਾ ਵਾਲਿਆਂ ਲਈ, ਆਸਟ੍ਰੇਲੀਆ ਵਾਲੇ ਲਿਖ ਲੈਂਦੇ ਕਿ ਉੱਥੋਂ ਦੇ ਲੋਕ ਪੜ੍ਹਨਗੇ, ਪਰ ਉਹਨਾਂ ਨੇ ਆਖਿਆ ਕਿ ਨਹੀਂ, ਮੇਰੇ ਪਿੰਡਾਂ ਵਾਲੇ ਵੀ ਪੜ੍ਹਨ। ਜਸਵੰਤ ਕਮਲ, ਰਾਮ ਸਰੂਪਨਖੀ ਦੀ ਖਾਸੀਅਤ ਇਹ ਰਹੀ ਕਿ ਅਸੀਂ ਉਹਨਾਂ ਲਈ, ਉਹਨਾਂ ਨੇ ਲਿਖਿਆ ਪਿੰਡਾਂ ਵਾਲਿਆਂ ਲਈ ਆਪਣੇ। ਤਾਂ ਮੈਨੂੰ ਲੱਗਦਾ ਕਿ ਤੁਹਾਡਾ ਜੋ ਲਿਖਿਆ, ਤੁਹਾਡਾ ਜੋ ਮਨ ਦੇ ਹਾਵ ਭਾਵ ਹੈ, ਇਹਨੂੰ ਅਸੀਂ ਲਤੀਨੀ ਭਾਸ਼ਾ ਦਾ ਇੱਕ ਸ਼ਬਦ ਹੈ ਕਮਿਊਨਿਸ, ਉਹਦੇ ਮੈਨੇ ਹੁੰਦਾ ਸਾਂਝਾ ਕਰਨਾ। ਜੀ ਜੀ, ਅਸੀਂ ਕਮਿਊਨ ਤੇ ਕਰੀਏ ਨਾ ਚੀਜ਼ ਨੂੰ, ਸ਼ੇਅਰ ਕਰੀਏ ਇੱਕ ਦੂਜੇ ਦੇ ਨਾਲ, ਤਾਂ ਜੋ ਲੋਕ ਤੁਹਾਨੂੰ ਗੱਲ ਆਖ ਸਕਣ। ਮੈਂ ਉਹਨਾਂ ਕਈਆਂ ਦੀਆਂ ਲਿਖਤਾਂ ਮੈਨੂੰ ਵੀ ਨਹੀਂ ਸਮਝ ਆਉਂਦੀਆਂ, ਪਰ ਮੈਂ ਇਹ ਨਹੀਂ ਕਹਿੰਦੀ ਕਿ ਉਹ ਮਾੜੇ, ਮੈਂ ਕਹਿੰਦੀ ਕਿ ਮੈਂ ਪਾਠਕ ਚੰਗੀ ਨਹੀਂ ਆ, ਚਲੋ ਨਹੀਂ, ਪਰ ਇਹ ਬਹੁਤ ਸਾਰੇ ਲੇਖਕਾਂ ਦੀ ਮੁਸ਼ਕਲ ਹੈ ਵੀ ਉਹ ਵਿਦਵਤਾ ਕਹਿ ਲੋ, ਵਿਦਵਾਨੀ ਘੁੱਟਣ ਦੇ ਚੱਕਰ 'ਚ, ਕਿਉਂਕਿ ਸਾਹਿਤ ਜਿਵੇਂ ਤੁਸੀਂ ਕਿਹਾ ਵੀ ਸਾਰਿਆਂ ਨੇ ਲਿਖਿਆ ਜਾਣਾ, ਸਧਾਰਨ ਤੋਂ ਸਧਾਰਨ ਬੰਦਾ ਨੂੰ ਸਮਝ ਸਕੇ। ਉਹ ਕਈ ਵਾਰ ਐਂ ਲੱਗਦਾ ਵੀ ਚੰਦ ਬੰਦਿਆਂ ਨੂੰ ਦਿਖਾਉਣ ਦੀ ਖਾਤਰ, ਚੰਦ ਬੰਦਿਆਂ ਤੋਂ ਗੱਲ ਕਰਾਉਣ ਦੀ ਖਾਤਰ ਇੰਨੀ ਵਿਦਵਤਾ ਘੋਟਦੇ ਨੇ, ਹਨਾ, ਵੀ ਉਹ ਚਾਹੇ ਉਹ ਕਵਿਤਾ ਦੀ ਗੱਲ ਕਰੀਏ, ਉਹ 'ਚ ਇਹੋ ਜਿਹੇ ਸ਼ਬਦ ਅਲੰਕਾਰ ਦੇ ਰੂਪ ਦੇ ਵਿੱਚ ਵਰਤਦੇ ਨੇ, ਭਾਰੇ ਸ਼ਬਦ, ਕਹਾਣੀਆਂ ਇੰਨੀਆਂ ਜਟਲ ਕਰ ਦਿੰਦੇ ਨੇ ਵੀ ਕਿਸੇ ਨੂੰ ਨਹੀਂ ਪਤਾ ਲੱਗਦਾ, ਹਨਾ। ਬਿਲਕੁਲ। ਤੇ ਹੁਣ ਜਦੋਂ ਜਿਵੇਂ ਅਸੀਂ ਨਾਰੀਵਾਦ ਦੀ ਗੱਲ ਕਰਦੇ ਹਾਂ, ਅਸੀਂ ਜਦੋਂ ਮੈਨੂੰ ਪਿੱਤਰ ਸਤਾ ਨਾ ਸਮਝ ਆਵੇ, ਬੜੀ ਪਿੱਤਰ ਸਤਾ ਮਸਲਾ, ਅਸੀਂ ਕਿੱਡੀ ਗੰਭੀਰਤਾ ਨਾਲ ਉਹਦੀਆਂ ਪਰਿਭਾਸ਼ਾਵਾਂ ਕੱਢਦੇ ਹਾਂ, ਫਿਰ ਅਸੀਂ ਸਿਮੋਨ ਦਾ ਬੋਵਰ ਦੀ ਗੱਲ ਕਰਦੇ ਹਾਂ, ਸੈਕਿੰਡ ਸੈਕਸ ਦੀ ਗੱਲ ਕਰਦੇ ਹਾਂ, ਵੱਡੇ, ਪਰ ਗੱਲ ਸਿਰਫ ਇੰਨੀ ਕਹਿ ਕਿ ਔਰਤ ਜੋ ਹੈ ਉਹਨੂੰ ਰਹਿਣ ਦਿਓ, ਉਹਦੀ ਜਗ੍ਹਾ ਵੀ ਉਹਨੂੰ ਦਿਓ, ਰਿਸ਼ਤਿਆਂ ਦੀ ਜਗ੍ਹਾ ਵੀ ਲਓ, ਪਰ ਉਹਦੀ ਜਗ੍ਹਾ ਵੀ ਦਿਓ। ਅਸੀਂ ਗੱਲਾਂ ਕਰਨ ਲੱਗ ਜਾਂਦੇ ਹਾਂ, ਅਸੀਂ ਪਹੁੰਚ ਜਾਂਦੇ ਹਾਂ ਜੀ, ਨਹੀਂ ਵੱਡੀਆਂ ਪਾਰਟੀ ਸਾਡੇ ਆਹ ਹੱਕ ਸਾਡੇ, ਪਰ ਜਿਹੜੇ ਬਿਲਕੁਲ ਘਰਾਂ 'ਚ ਬੈਠੀਆਂ ਹਜੇ ਵੀ ਮਾਵਾਂ ਤਵੀਆਂ ਤੇ ਰੋਟੀਆਂ ਲਾਈ ਜਾਂਦੀਆਂ ਸਿਖਰ ਦੁਪਹਿਰੇ, ਮੈਨੂੰ ਲੱਗਦਾ ਕਿ ਨਾਰੀਵਾਦ ਉੱਥੇ ਜੇ ਜਾ ਕੇ ਤਾਂ ਗੱਲ ਕਰੇ ਨਾ, ਆਪਾਂ ਉੱਥੇ ਜਾ ਕੇ ਉਹ ਸਾਡੇ ਕੱਪੜੇ, ਫਿਰ ਸਾਡੀ ਆਜ਼ਾਦੀ, ਸਾਡੀ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ, ਹਨਾ, ਹਾਈ ਲੈਵਲ ਤੇ ਬਾਅਦ ਚੋਂ ਪਹਿਲਾਂ ਉਹਦੀ ਰੂਟਸ ਤੋਂ ਆਪਾਂ ਉਹਨੂੰ ਪੱਟ ਸਕੀਏ। ਪਿਛਲੇ ਦਿਨੀ ਆਪਾਂ ਦੇਖਿਆ ਨਾ ਸੋਸ਼ਲ ਮੀਡੀਆ ਤੇ ਪਹਿਰਾਵੇ ਨੂੰ ਲੈ ਕੇ ਕਿੱਦਾਂ ਦੋ ਧਿਰਾਂ ਖੜੀਆਂ ਹੋ ਗਈਆਂ, ਕਈਆਂ ਨੇ ਕਿਹਾ ਵੀ ਸਹੀ ਆ, ਕਈਆਂ ਨੇ ਕਿਹਾ ਗਲਤ ਆ, ਵੀ ਸਿਰਫ ਔਰਤ ਦੀ ਆਜ਼ਾਦੀ ਨੂੰ ਪਹਿਰਾਵੇ ਨਾਲ ਜੋੜ ਕੇ ਦੇਖਣਾ ਬਿਲਕੁਲ ਨਹੀਂ। ਪਰ ਦੇਖੋ ਦੋਨੋਂ ਪਾਸੇ, ਇੱਥੇ ਸ਼ਾਇਦ ਮੈਂ ਐਂਟੀ ਹੋ ਜਾਵਾਂ, ਨਾਰੀਵਾਦ ਦੇ ਆਖੀ ਜਾਵਾਂ ਕਿ ਐਂਟੀ ਆ, ਪਰ ਫਿਰ ਮੈਂ ਆਖੂੰਗੀ ਦੇਖੋ ਜੇ ਇਹੀ ਚੀਜ਼ਾਂ ਸੋਸ਼ਲ ਮੀਡੀਆ ਤੇ ਬੰਦੇ ਕਰਨ ਲੱਗ ਜਾਣ ਤਾਂ ਸਾਨੂੰ ਵੀ ਔਖਿਆਈ ਹੋਊਗੀ, ਹਨਾ। ਮੇਰੇ ਨਾਲ ਬੈਠਾ ਬੰਦਾ ਅਗਰ ਕਹੇ ਨਹੀਂ ਜੀ ਮੈਂ ਕੰਫਰਟੇਬਲ ਆ, ਮੈਂ ਇਸੇ ਡਰੈਸ 'ਚ ਹੀ ਬੈਠੂੰਗਾ, ਜੇ ਉਹਦੇ 'ਚ ਮੈਂ ਸਹਿਜ ਨਹੀਂ ਆ, ਉਹਦੇ ਨਾਲ ਬੈਠਾ ਬੰਦਾ, ਤਾਂ ਇਹ ਔਖਾ ਹੈ ਨਾ। ਹੁਣ ਬੱਸ ਦੇ ਵਿੱਚ ਸਫ਼ਰ ਕਰਨ ਲੱਗਿਆ ਸਾਨੂੰ ਵੀ ਹੁੰਦਾ ਕਿ ਜਾਂ ਕਲਾਸ 'ਚ ਬੱਚੇ ਆਉਣ ਤਾਂ ਇੱਕ ਡੈਕੋਰਮ ਜਿਹਾ ਹੁੰਦਾ ਸਮਾਜ ਦਾ, ਤਾਂ ਉਹ ਸਿਰਜਿਆ ਰਹਿਣਾ। ਪਰ ਹਾਂ ਤੁਸੀਂ ਹਰ ਚੀਜ਼ ਨੂੰ ਉਸੇ ਐਨਕ ਨਾਲ ਦੇਖੋ, ਇਹ ਵੀ ਗਲਤ ਹੈ। ਤਾਂ ਮੈਨੂੰ ਲੱਗਦਾ ਕਿ ਦੋਨੋਂ ਪਾਸੇ ਬਰਾਬਰ ਹੋ ਕੇ ਤੁਰਨਾ ਪਊਗਾ, ਹਨਾ, ਮੋਢੇ ਨਾਲ ਮੋਢਾ ਮਿਲਾਇਆ। ਇਹ ਗੱਲ ਐ ਨਹੀਂ ਆਜ਼ਾਦੀ ਤੇ ਨਹੀਂ ਛੱਡ ਸਕਦੇ ਵੀ ਸਾਡੀ ਮਰਜ਼ੀ, ਫਿਰ ਉਹ ਦੂਜਾ ਬੰਦਾ ਸਾਹਮਣੇ ਵਾਲਾ ਵੀ ਸਾਡੀ ਮਰਜ਼ੀ ਕਹਿ ਕੇ ਜੇ ਵਾਰ ਕਰੂ ਤਾਂ ਗਲਤ ਹੋ ਜਾਊਗਾ। ਤਾਂ ਸਾਡੀ ਮਰਜ਼ੀ ਦੇ ਵਿੱਚ ਸਾਡੇ ਨਾਲ ਵਾਲਿਆਂ ਦੀ ਵੀ ਮਰਜ਼ੀ ਥੋੜੀ ਜੈਸਾ ਦੇਸ ਵੈਸਾ ਵੇਸ ਅਸੀਂ ਆਖਦੇ ਉਹਨੂੰ ਹੁੱਬ ਕੇ ਨਾ ਮੰਨੀਏ, ਪਰ ਕਿਤੇ ਨਾ ਕਿਤੇ ਬਸ ਮੈਨੂੰ ਇਹ ਲੱਗਦਾ ਕਿ ਜਿਹੜੀ ਚੀਜ਼ ਅਸੀਂ ਆਪ ਆਪਣੇ ਘਰਦਿਆਂ ਸਾਹਮਣੇ ਪੇਸ਼ ਕਰਦੇ, ਸਾਨੂੰ ਕਿਤੇ ਵੀ ਹਲਕਾ ਜਿਹਾ ਪਸੀਨਾ ਆਉਂਦਾ ਢੰਗ ਨਾਲ ਕਹਿ ਲੋ ਜਾਂ ਕਹਿ ਲੋ ਸੱਭਿਅਕ ਜੇ ਢੰਗ ਨਾਲ, ਹਨਾ, ਜ਼ਰੂਰੀ ਤੇ ਨਹੀਂ ਵੀ ਸਰੀਰਕ ਨੁਮਾਇਸ਼ ਕਰਕੇ ਕੁਝ ਅਸੀਂ ਹਾਸਲ ਕਰਨਾ ਜਾਂ ਆਪਣੇ ਨੂੰ ਦਿਖਾਉਣਾ, ਹਨਾ। ਦੇਖੋ ਹੁਣ ਕਿਸੇ ਨੇ ਇਹ ਆਖਿਆ ਕਿ ਬਾਜ਼ਾਰ ਸਾਥੋਂ ਹੀ ਮੰਗਦਾ, ਹੁਣ ਬਾਜ਼ਾਰ ਮੰਗਦਾ ਤਾਂ ਬਾਜ਼ਾਰ ਨੂੰ ਉਹ ਦੇ ਦੇਣਾ ਇਹ ਸਹੀ ਥੋੜੀ ਹੈ। ਫਿਰ ਤਾਂ ਅਸੀਂ ਫਿਰ ਕਾਹਦੇ ਲਈ ਲੜ ਰਹੇ ਹਾਂ, ਫਿਰ ਤਾਂ ਠੀਕ ਹੈ ਬਾਜ਼ਾਰ ਨੂੰ ਮੰਗਣ ਦਿਓ, ਤੁਸੀਂ ਜੇ ਪੇਸ਼ ਹੀ ਕਰਤਾ ਫਿਰ ਕੀ ਫਾਇਦਾ, ਹਨਾ। ਤਾਂ ਬਾਜ਼ਾਰ ਮੰਗਦਾ ਤਾਂ ਉਹਦੇ ਸਾਹਮਣੇ ਤੁਸੀਂ ਬਾਜ਼ਾਰ ਲਈ ਨਾ ਕਰੋ, ਆਪਣੇ ਆਪ ਲਈ ਕਰ ਲਓ, ਪ੍ਰਵਾਨ ਹੋ ਜਾਊਗਾ। ਮੈਂ ਅੱਜ ਆਖਾਂ ਮੇਰਾ ਜੀ ਕਰਦਾ ਮੈਂ ਐ ਕਰਨਾ, ਠੀਕ ਹੈ, ਪਰ ਮੈਂ ਆਹ ਟੂਕ ਨਹੀਂ ਦੇ ਸਕਦੀ ਵੀ ਬਾਜ਼ਾਰ ਸਾਥੋਂ ਇਹ ਮੰਗ ਕਰਦਾ, ਜੇ ਅਸੀਂ ਕਰ ਲਿਆ ਫਿਰ ਕੀ ਹੋ ਗਿਆ, ਠੀਕ ਹੈ। ਅਸੀਂ ਵੀ ਜੀਨ ਵੇਅਰ ਕਰਦੇ ਹਾਂ, ਅਸੀਂ ਵੀ ਵਾਲ ਖੁੱਲੇ ਰੱਖਣੇ ਆ ਜਾਂ ਕੀ ਕਰਨਾ, ਜਾਂ ਮੈਂ ਕੱਲ ਨੂੰ ਸ਼ਾਰਟ ਡਰੈਸਸ ਵੀ ਪਾ ਸਕਦੀ ਹਾਂ, ਪਰ ਉਹ ਮੇਰੇ ਲਈ ਹੋਵੇ ਜੇ ਮੈਂ ਕੰਫਰਟੇਬਲ ਹਾਂ। ਪਰ ਜੇ ਮੈਥੋਂ ਕੋਈ ਮੰਗ ਰੱਖ ਰਿਹਾ ਫਿਰ ਤਾਂ ਅਸੀਂ ਬਾਜ਼ਾਰ ਲਈ ਵਿਕ ਗਏ, ਫਿਰ ਤਾਂ ਅਸੀਂ ਆਪਣੀ ਗੱਲ ਤੇ ਹੱਕ ਤੇ ਅੜੇ ਨਹੀਂ ਨਾ ਰਹੇ। ਸੋ ਇੰਨਾ ਕੁ ਫਰਕ ਹੈ ਬਸ। ਜੀ ਬਿਲਕੁਲ। ਅੱਛਾ, ਅਸਲ ਫਿਰ ਨਾਰੀਵਾਦ, ਹਨਾ, ਜੇ ਔਰਤ ਨੂੰ ਸਸ਼ਕਤੀਕਰਨ ਦੀ ਗੱਲ ਆਉਂਦੀ ਹੈ ਨਾ, ਤਾਂ ਕਿਵੇਂ ਫਿਰ ਔਰਤ ਸਸ਼ਕਤ ਹੋਵੇ, ਕਿਵੇਂ ਮਜ਼ਬੂਤ ਹੋਵੇ, ਮਤਲਬ ਜਿਵੇਂ ਗਰਾਊਂਡ ਲੈਵਲ ਤੇ ਕੀ ਕੁਝ ਕਰਨ ਦੀ ਲੋੜ ਅੱਜ, ਹਨਾ। ਹਾਲਾਂਕਿ ਪੰਜਾਬ ਦਾ ਜੇ ਕੰਪੈਰੀਜ਼ਨ ਦੂਜੀਆਂ ਸਟੇਟਾਂ ਨਾਲ ਕਰੀਏ ਤਾਂ ਬਹੁਤ ਬਿਹਤਰ ਆ, ਕੋਈ ਹਨਾ ਥੋੜਾ ਬਹੁਤਾ ਜੇ ਦੀ ਕਮੀ ਹੋਏਗੀ, ਅਜੇ ਵੀ ਕੀ ਲੱਗਦਾ ਵੀ ਕੀ ਕਰਨ ਦੀ ਲੋੜ ਆ? ਇੱਕ ਤੇ ਨਾ ਮੈਨੂੰ ਸਭ ਤੋਂ ਵੱਡੀ ਜਿਹੜੀ ਪਹਿਲ ਮੈਨੂੰ ਲੱਗਦਾ ਕਿ ਜੇ ਸਭ ਤੋਂ ਵੱਡੀ ਚੀਜ਼ ਇਹਦੇ ਲਈ ਕਰਨ ਵਾਲੀ ਬਣਦੀ ਹੈ ਤਾਂ ਉਹ ਵਿੱਦਿਆ ਦਾ ਪੱਧਰ ਹੈ, ਹਨਾ। ਕੁੜੀਆਂ ਪੜ੍ਹਨ ਤੇ ਲੱਗ ਗਈਆਂ, ਬਟ ਉਹ ਮੈਟਰੀਮੋਨੀਅਲ ਐਜੂਕੇਸ਼ਨ ਹਜੇ ਵੀ ਲੈ ਰਹੀਆਂ ਨੇ। ਮੇਰੇ ਕਾਲਜ ਦੇ ਵਿੱਚ ਹੀ ਲਾ ਲਓ, ਮੈਨੂੰ ਲੱਗਦਾ ਕਿ ਵੱਧੋ ਵੱਧ ਕੁੜੀਆਂ MA ਕਰ ਲੈਂਦੀਆਂ ਨੇ, ਉਸ ਤੋਂ ਬਾਅਦ ਉਹਨਾਂ ਨੂੰ ਚਲੋ ਜੌਬ ਛੋਟੀ ਮੋਟੀ ਮਿਲ ਗਈ ਜਾਂ ਵਿਆਹ ਹੋ ਗਏ, ਗੱਲ ਖਤਮ। ਇਹਨੂੰ ਮੈਂ ਐਜੂਕੇਸ਼ਨ ਹੁਣ ਅੱਜ ਦੇ ਸਮੇਂ 'ਚ ਅਸੀਂ ਮੰਨ ਹੀ ਨਹੀਂ ਸਕਦੇ।
BA ਪੜ੍ਹ ਕੇ ਸਾਨੂੰ ਜੋਬ PhD ਕਰਕੇ ਮੈਂ ਹਾਲੇ ਠੇਕੇ ਤੇ ਆ, ਹਾਂ। ਤਾਂ ਅਸੀਂ ਕੀ ਮੰਨਾਂਗੇ ਕਿੱਥੇ ਜਾ ਕੇ। ਜੀ, ਜੀ। ਇਹ ਅੱਧ ਵਿਚਕਾਰ ਦੀ ਪੜ੍ਹਾਈ ਜਿਹੜੀ ਹੈ BA ਤੱਕ ਤਾਂ ਸੁਰਤ ਹੀ ਨਹੀਂ ਆਉਂਦੀ ਬੱਚੇ ਨੂੰ, ਇਹ ਅੱਧ ਵਿਚਕਾਰ ਦੀ ਪੜ੍ਹਾਈ ਡੋਬ ਦਿੰਦੀ ਆ। ਜੀ, ਜੀ। ਸੋ ਇੱਕ ਤਾਂ ਐਜੂਕੇਸ਼ਨ ਹਾਇਰ ਲੈਵਲ ਤੱਕ ਇੰਨੀ ਕੁ ਸਸਤੀ ਹੋਵੇ ਜਾਂ ਫ੍ਰੀ ਹੋਵੇ ਕਿ ਖਾਸ ਕਰਕੇ ਕੁੜੀਆਂ ਉਹ ਪੜ੍ਹ ਸਕਣ। ਜੀ। ਤੁਸੀਂ ਯੂਨੀਵਰਸਿਟੀ ਦੇਖ ਲਓ ਕਿ ਜ਼ਿਆਦਾਤਰ ਮੇਰੇ ਨਾਲ ਵਾਲਿਆਂ ਨੇ ਯੂਨੀਵਰਸਿਟੀ ਰਹਿ ਕੇ MPhil PhD ਕੀਤੀ ਆ, ਪਰ ਮੈਂ ਉਸ ਕਬੀਲਦਾਰੀ 'ਚ ਪੈ ਗਈ ਤੇ ਮੈਨੂੰ ਘਰੋਂ ਕਰਨੀ ਪਈ। ਜੀ। ਕਿਤੇ ਨਾ ਕਿਤੇ ਉਹਦਾ ਫਰਕ ਰਹਿ ਜਾਂਦਾ, ਬਿਲਕੁਲ। ਊਣ ਰਹਿ ਜਾਂਦੀ ਆ, ਤਾਂ ਉਹ ਵੱਡੀ ਚੀਜ਼। ਦੂਸਰੀ ਚੀਜ਼ ਜਿਹੜੀ ਅਸੀਂ ਜੇ ਹੁਣ ਮੁੰਡਿਆਂ ਵਾਲੇ ਪੱਖ ਤੋਂ ਕਰੀਏ ਤਾਂ ਇਹ ਜਿਹੜਾ ਸਕੂਲ ਸਿਸਟਮ ਕਾਲਜ ਸਿਸਟਮ ਹੁਣ ਚੱਲ ਰਿਹਾ ਨਾ, ਬੜਾ ਖਤਰਨਾਕ ਹੈ। ਅਮੀਰ ਘਰਾਂ ਦੇ ਬੱਚੇ ਕਿਤੇ ਹੋਰ ਪੜ੍ਹ ਰਹੇ ਆ, ਮਿਡਲ ਕਲਾਸ ਤੇ ਹੋਰ ਗਰੀਬ ਘਰਾਂ ਦੇ ਬੱਚੇ ਉਹ ਫ੍ਰੀ ਕਿਤੇ ਹੋਰ ਪੜ੍ਹ ਰਹੇ ਆ। ਇੱਕ ਬਰੂਦ ਤਿਆਰ ਹੋਈ ਜਾਂਦੇ ਨੇ। ਉਹ ਕਹਿੰਦਾ ਕਿ ਮੈਂ ਤਾਂ 50,000 ਰੁਪਏ ਮਹੀਨਾ ਲਾ ਕੇ ਪੜ੍ਹਿਆ, ਤੂੰ ਮੇਰੀ ਬਰਾਬਰੀ 'ਚ ਕਿੱਥੋਂ ਆ ਜਾਏਗਾ। ਉਹ ਕਹਿੰਦਾ ਸਾਨੂੰ ਸਰਕਾਰ ਨੇ ਉਹ ਕੀਤਾ ਹੋਇਆ, ਅਸੀਂ ਪੜ੍ਹੀਏ ਨਾ ਪੜ੍ਹੀਏ ਸਾਡੀ ਹਾਜ਼ਰੀ ਪੂਰੀ ਹੋਣੀ ਹੈ, ਸਕਾਲਰਸ਼ਿਪ ਸਾਨੂੰ ਮਿਲਣੀ ਆ, ਕੱਲ ਨੂੰ ਸਾਨੂੰ ਰਿਜ਼ਰਵੇਸ਼ਨ ਹੈ। ਵਿਚਕਾਰਲਾ ਬੰਦਾ ਕਹਿੰਦਾ ਮੈਂ ਨਾਲ ਦਿਹਾੜੀ ਵੀ ਕੀਤੀ, ਮੈਨੂੰ ਸਰਕਾਰ ਨੇ ਵੀ ਨਹੀਂ ਯਾਨੀ ਅਸੀਂ ਬਰੂਦ ਤਿਆਰ ਕਰੀ ਜਾਂਦੇ ਹਾਂ। ਇਹ ਸਰਦਾਰਾ ਸਿੰਘ ਜੌਹਲ ਨੇ ਬੜੀ ਸੋਹਣੀ ਗੱਲ ਆਖੀ ਹੈ ਕਿ ਇੱਕ ਏਰੀਆ ਦਾ ਸਕੂਲ ਹੋਣਾ ਚਾਹੀਦਾ, ਵੀ ਇੰਨੇ ਕਿਲੋਮੀਟਰ ਤੇ ਇੱਕ ਸਕੂਲ ਹੋਊ, ਤੁਸੀਂ ਅਮੀਰ ਹੋ ਗਰੀਬ ਹੋ ਜਮਾਂ ਗਰੀਬ ਹੋ ਜੋ ਮਰਜ਼ੀ ਹੋ ਪੜੋਗੇ ਉੱਥੇ ਹੀ ਪੜੋਗੇ, ਫਿਰ ਤੁਹਾਨੂੰ ਇੱਕ ਦੂਜੇ ਨਾਲ ਵਿਚਰਨਾ ਪਤਾ ਲੱਗ ਜੂਗਾ। ਹੁਣ ਇਹ ਜਿਹੜੀਆਂ ਕਲਾਸਿਸ, ਫਿਰ ਕਲਾਸਿਸ ਦੇ ਬਦਲੇ ਇੱਕ ਦੂਜੇ ਨਾਲ। ਹੁਣ ਜਦੋਂ ਤੁਹਾਡੇ ਮਨ 'ਚ ਇਹ ਭਰ ਗਿਆ ਨਾ, ਨਾਟਕ ਦੇਖ ਕੇ ਆਏ ਉਹ 'ਚ ਵੀ ਇਹੀ ਸੀ ਕਿ ਤੁਹਾਡੇ ਮਨ 'ਚ ਭਰ ਗਿਆ ਵੀ ਸਮਾਜ ਮੇਰੇ ਨਾਲ ਵਿਤਕਰਾ ਕਰ ਰਿਹਾ, ਤੁਸੀਂ ਉਹ ਵਿਤਕਰੇ ਨੂੰ ਕਿਹੜੇ ਤਰੀਕੇ ਨਾਲ ਕੱਢਦੇ ਹੋ, ਹੈ ਨਾ। ਇਹ ਰੇਪਸ ਦੇ ਰੀਜ਼ਨ, ਅਸੀਂ ਜ਼ਿਆਦਾਤਰ ਜੇ ਰੇਪਿਸਟ ਦੇਖੋ ਤਾਂ ਉਹ ਹੁੰਦੇ ਆ ਜਿਹੜੇ ਬਹੁਤੇ ਪੜ੍ਹੇ ਲਿਖੇ ਨਹੀਂ, ਬੇਰੁਜ਼ਗਾਰ ਜਾਂ ਜਿਨ੍ਹਾਂ ਦੀ ਕੋਈ ਬੜਾ ਵਜੂਦ ਉਹਨਾਂ ਨੇ ਆਪਣਾ ਨਹੀਂ ਬਣਾਇਆ, ਉਹ ਲੋਕ ਨੇ। ਹੁਣ ਉੱਥੇ ਐਜੂਕੇਸ਼ਨ ਬੜਾ ਵਰਕ ਕਰਦੀ ਆ, ਬਰਾਬਰੀ ਦੇ ਹੱਕ ਬੜੇ ਵਰਕ ਕਰਦੇ ਆ, ਰੁਜ਼ਗਾਰ ਬੜੀ ਵੱਡੀ ਚੀਜ਼ ਆ। ਜਿਹੜੀਆਂ ਕੁੜੀਆਂ ਜੌਬ ਤੇ ਹੁੰਦੀਆਂ ਨਾ, ਉਹਨਾਂ 'ਚ ਇੱਕ ਅਲੱਗ ਕਿਸਮ ਦਾ ਕੌਨਫੀਡੈਂਸ ਆ ਜਾਂਦਾ ਬਿਨਾਂ ਗੱਲ ਤੋਂ। ਉਹਨਾਂ ਨੂੰ ਮਤਲਬ ਐ ਨਹੀਂ ਵੀ ਕੋਈ ਫਿਰ ਟੀਜ਼ ਕਰਕੇ ਚੱਲ ਜੂ। ਮੈਂ ਹੁਣ ਬੱਸ 'ਚ ਬੈਠੀ ਹਾਂ, ਕੋਈ ਕੁੜੀ ਮਾਰ ਵੱਖੀ ਭੰਨ ਰਿਹਾ, ਮੈਂ ਕਹਿ ਦਾਂਗੀ। ਪਰ ਜਦੋਂ ਕੋਈ ਪਿੰਡ 'ਚ ਕੁੜੀ ਇੱਕਦਮ ਨਿਕਲਦੀ ਹੈ, ਉਹਨੇ ਕਾਲਜ 'ਚ ਕਿਤੇ ਚਲੋ ਜਾਂ ਲੋਕਲ ਪਿੰਡ ਦੇ ਸਕੂਲ 'ਚ +2 ਕਰ ਲਈ, ਉਹਦੇ 'ਚ ਹਿੰਮਤ ਨਹੀਂ ਰਹਿੰਦੀ। ਤਾਂ ਇੱਥੇ ਜਾ ਕੇ ਇਹ ਚੀਜ਼ਾਂ ਮੈਨੂੰ ਲੱਗਦਾ ਕਿ ਹੁਣ ਤਾਂ ਗੁਰਦੁਆਰਿਆਂ ਦੀ ਕਥਾ ਦੇ ਰੂਪ ਵੀ ਬਦਲਣੇ ਚਾਹੀਦੇ ਨੇ। ਅਸੀਂ ਉਹ ਗੁਰਬਾਣੀ ਦੇ ਵਿਆਖਿਆ ਨੂੰ ਵੀ ਅੱਜ ਦੇ ਸਮੇਂ ਨਾਲ ਜੋੜ ਕੇ ਪੇਸ਼ ਕਰੀਏ। ਕੁੜੀਆਂ ਦੀ ਗੱਲ, ਹੱਕਾਂ ਦੀ ਗੱਲ, ਰੁਜ਼ਗਾਰ ਦੀ ਗੱਲ, ਸਰਕਾਰ ਦੀ ਗੱਲ। ਸਹੀ ਗੱਲ ਹੈ। ਇਹ ਇਸ ਵਕਤ ਦੀ ਇਹ ਲੋੜ ਹੈ। ਬਿਲਕੁਲ ਜੀ, ਸਮਾਜ ਨਾਲ ਜੋੜ ਕੇ ਚੀਜ਼ਾਂ ਨੂੰ ਹਨਾ ਹੁਣ ਉਹ ਦਿਖਾਉਣ ਪੇਸ਼ ਕਰਨਾ ਚਾਹੀਦਾ ਜੀ। ਬਿਲਕੁਲ, ਫਿਰ ਲੋਕਾਂ ਨੂੰ ਲੱਗੇ ਵੀ ਇਹ ਸਾਰਾ ਕੁਝ ਤਾਂ ਹੀ ਇੰਪਲੀਮੈਂਟ ਹੋ ਪਾਏਗਾ ਨਾ ਸਾਰਾ ਕੁਝ। ਬਿਲਕੁਲ ਬਿਲਕੁਲ ਜੀ ਜੀ। ਤੇ ਅੱਛਾ, ਆਪਾਂ ਇੱਕ ਜਾਂਦੇ ਜਾਂਦੇ ਕੋਈ ਤੁਹਾਡੀ ਰਚਨਾ, ਕੋਈ ਗੀਤ, ਕੋਈ ਗਜ਼ਲ, ਜੋ ਵੀ ਤੁਹਾਨੂੰ ਚੰਗਾ ਲੱਗਦਾ ਸਾਡੇ ਦਰਸ਼ਕਾਂ ਦੇ ਸਨਮੁਖ ਜ਼ਰੂਰ ਕਰੋ। ਮੈਂ ਗੀਤ ਸਾਂਝਾ ਕਰਦੀ ਹਾਂ, ਜੋ ਘੱਟ ਹੀ ਸਾਂਝਾ ਕਰਦੀ ਹੁੰਦੀ ਹੈ। ਗੀਤ ਹੈ ਕਿ ਸ਼ੁਕਰਾਨਾ ਜੀ। ਗੁੱਜੇ ਕੋਈ ਭੇਦ ਅਵੱਲੇ ਪਲ ਵਿੱਚ ਸੁਲਝਾਵਣ ਲਈ ਜੀ। ਗੁੱਜੇ ਕੋਈ ਭੇਦ ਅਵੱਲੇ ਪਲ ਵਿੱਚ ਸੁਲਝਾਵਣ ਲਈ, ਲੱਖ ਲੱਖ ਸ਼ੁਕਰਾਨੇ ਢੋਲਾ ਜ਼ਿੰਦਗੀ ਵਿੱਚ ਆਵਣ ਲਈ। ਵਾਹ ਜੀ ਵਾਹ। ਲੱਖ ਲੱਖ ਸ਼ੁਕਰਾਨੇ ਢੋਲਾ ਜ਼ਿੰਦਗੀ ਵਿੱਚ ਆਵਣ ਲਈ। ਰੂਹਾਂ ਦੀ ਖਿੱਚ ਜਈ ਹੋਈ ਬੁੱਤਾਂ ਦੇ ਹੋ ਗਏ ਮੇਲੇ, ਰੂਹਾਂ ਦੀ ਖਿੱਚ ਜਈ ਹੋਈ ਬੁੱਤਾਂ ਦੇ ਹੋ ਗਏ ਮੇਲੇ, ਜਗ ਪੈਸਾ ਸ਼ੌਹਰਤ ਛੱਡ ਕੇ ਤੁਰ ਆਇਆ ਜੰਗਲ ਬੇਲੇ, ਅੜਿਆਂ ਥੁੜਿਆਂ ਦੇ ਮੱਥੇ ਬਰਕਤ ਧਰ ਜਾਵਣ ਲਈ, ਅੜਿਆਂ ਥੁੜਿਆਂ ਦੇ ਮੱਥੇ ਬਰਕਤ ਧਰ ਜਾਵਣ ਲਈ, ਲੱਖ ਲੱਖ ਸ਼ੁਕਰਾਨੇ ਢੋਲਾ ਜ਼ਿੰਦਗੀ ਵਿੱਚ ਆਵਣ ਲਈ। ਕਿੱਥੇ ਤੂੰ ਕਿੱਥੇ ਮੈਂ ਹਾਂ, ਕਿੱਥੇ ਚੰਨ ਕਿੱਥੇ ਤਾਰੇ, ਕਿੱਥੇ ਤੂੰ ਕਿੱਥੇ ਮੈਂ ਹਾਂ, ਕਿੱਥੇ ਚੰਨ ਕਿੱਥੇ ਤਾਰੇ, ਤੇਰੇ ਤਾਂ ਬੋਲ ਕੀਮਤੀ ਸਾਡੇ ਲਈ ਬੜੇ ਹੁੰਗਾਰੇ, ਪੈਰਾਂ ਦੀ ਧੂੜ ਨੂੰ ਅੜਿਆ ਮੱਥੇ ਨਾਲ ਲਾਵਣ ਲਈ, ਲੱਖ ਲੱਖ ਸ਼ੁਕਰਾਨੇ ਢੋਲਾ ਜ਼ਿੰਦਗੀ ਵਿੱਚ ਆਵਣ ਲਈ। ਤੇ ਆਖਰੀ ਹੈ ਕਿ ਤੇਰਾ ਨਾ ਇਸ਼ਕ ਇਬਾਦਤ, ਤੇਰਾ ਨਾ ਬੰਦਗੀ ਮਾਹੀ, ਤੇਰਾ ਨਾ ਇਸ਼ਕ ਇਬਾਦਤ, ਤੇਰਾ ਨਾ ਬੰਦਗੀ ਮਾਹੀ, ਤੇਰੇ ਸਿਰ ਸਦਕੇ ਸਾਹਾਂ ਹਾਸੇ ਤੋਂ ਜ਼ਿੰਦਗੀ ਮਾਹੀ, ਸੀਨੇ ਦੀਆਂ ਕੱਸੀਆਂ ਤਰਬਾਂ ਛੋਕੇ ਜਗਾਵਣ ਲਈ, ਲੱਖ ਲੱਖ ਸ਼ੁਕਰਾਨੇ ਢੋਲਾ ਜ਼ਿੰਦਗੀ ਵਿੱਚ ਆਵਣ ਲਈ, ਲੱਖ ਲੱਖ ਸ਼ੁਕਰਾਨੇ ਢੋਲਾ। ਵਾਹ ਜੀ ਵਾਹ, ਬਹੁਤ ਖੂਬ, ਬੜਾ ਰੰਗ ਬੰਦਿਆ। ਅਜੇ ਤਾਂ ਮੈਂ ਸਮਝਦਾ ਵੀ ਅਜੇ ਅੱਧੀਆਂ ਕੁ ਗੱਲਾਂ ਹੋਈਆਂ ਸਾਡੀਆਂ। ਬਹੁਤ ਸਾਰੇ, ਜਿਵੇਂ ਮੈਂ ਪਹਿਲਾਂ ਸ਼ੁਰੂ ਚ ਕਿਹਾ ਨਾ, ਬਹੁਤ ਪੱਖੀ ਸ਼ਿਕਸ਼ੇ ਬਾਲੇ ਪੱਖ ਰਹਿ ਗਏ ਨੇ ਜੀ। ਅਜੇ ਥੀਏਟਰ ਵਾਲਾ, ਫਿਲਮ ਵਾਲਾ ਟੋਟਰ ਰਹਿ ਗਿਆ ਹੈ ਨਾ, ਅਜੇ ਆਡੀਓ ਬੁੱਕ ਤੁਸੀਂ ਕਰਦੇ ਜੀ, ਉਹ ਵੀ ਗੱਲ ਰਹਿ ਗਈ। ਪਰ ਆਪਾਂ ਫਿਰ ਬਣਾਵਾਂਗੇ ਸਬਾਬੇ ਜ਼ਰੂਰੀ, ਬਿਲਕੁਲ ਆਪਾਂ ਪਾਰਟ 2 ਕਰਾਂਗੇ ਕਿਸੇ ਦਿਨ ਬੈਠ ਕੇ, ਹੈ ਨਾ। ਤੇ ਸੋ ਅੱਜ ਦੇ ਪ੍ਰੋਗਰਾਮ ਵਿੱਚ ਆਪਾਂ ਇਹਨੂੰ ਇੱਥੇ ਸਮੇਟ ਦਈਏ, ਹੈ ਨਾ ਜੀ। ਬਿਲਕੁਲ। ਤੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਦਿਲੋਂ ਧੰਨਵਾਦ, ਸਮਾਂ ਕੱਢਿਆ ਸਾਡੇ ਲਈ ਜੀ। ਬਹੁਤ ਬਹੁਤ ਸ਼ੁਕਰੀਆ ਗੁਰਦੇਵ ਜੀ ਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਸਿਮਰਨ ਜੀ, ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ ਜੀ। ਦਰਸ਼ਕੋ, ਇਹ ਸਨ ਡਾਕਟਰ ਸਿਮਰਨ ਨਕਸ। ਬਹੁਤ ਹੀ ਪਿਆਰੀਆਂ ਗੱਲਾਂ ਹੋਈਆਂ, ਬਹੁਤ ਹੀ ਕੀਮਤੀ ਗੱਲਾਂ, ਕੀਮਤੀ ਵਿਚਾਰ ਇਹਨਾਂ ਨੇ ਤੁਹਾਡੇ ਸਾਹਮਣੇ ਪੇਸ਼ ਕੀਤੇ। ਸੋ ਅੱਜ ਦੇ ਪ੍ਰੋਗਰਾਮ ਵਿੱਚ ਨਾ ਹੈ,
ਅਗਲੇ ਐਪੀਸੋਡ ਵਿੱਚ ਮਿਲਾਂਗੇ ਕਿਸੇ ਹੋਰ ਨਵੀਂ ਸ਼ਖਸੀਅਤ ਦੇ ਨਾਲ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।